ਪਾਠ ਕੀਤਾ ਹੋਈ ਦਇਆ ਸੱਚੇ ਪਰਮੇਸ਼ਰ ਦੀ ਦਇਆ ਸਦਾ ਦੀ ਆ, ਸਾਡੇ ਵਿੱਚ ਵਾਸ ਕਰਦੀ ਆ। ਇਦਾਂ ਹੀ ਜਦੋਂ ਪਰਮੇਸ਼ਵਰ ਆਪਣੇ ਆਪ ਸਾਨੂੰ ਪਰਮੇਸ਼ਰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਚਾਹੁੰਦਾ ਚਾਹੁੰਦਾ ਪਰਮੇਸ਼ਵਰ ਕਹਿੰਦਾ ਆ ਆਪਣੇ ਕਰੂਸ ਚੁੱਕ ਕੇ ਮੇਰੇ ਪਿੱਛੇ ਤੁਰਿਆ ਸੁਣਿਆ। ਪਰ ਕਰੂਸ ਪਰਮੇਸ਼ਰ ਪਿੱਛੇ ਇਨਸਾਨ ਤੁਰਨਾ ਚਾਹੁੰਦਾ ਪਰ ਕਰੂਸ ਨਹੀਂ ਚੱਕਣਾ ਚਾਹੁੰਦਾ ਆਪਣੇ ਸੁਣਿਆ। ਜੋ ਪ੍ਰਭੂ ਨੇ ਦੁੱਖ ਝੱਲੇ ਸਾਡੇ ਖਾਤਰ ਇੱਕ ਨਮੂਨਾ ਪਰਮੇਸ਼ਰ ਛੱਡ ਕੇ ਗਿਆ ਸੁਣਿਆ ਸਾਡੇ ਵਾਸਤੇ। ਨਮੂਨਾ ਕੀ ਛੱਡ ਕੇ ਗਿਆ? ਪਰਮੇਸ਼ਵਰ ਕਹਿੰਦਾ ਆ ਤੁਸੀਂ ਆਪਣੀ ਵਿਪਤਾ ਵੱਲ ਦੇਖ ਕੇ, ਆਪਣੇ ਸੰਕਟ, ਆਪਣੇ ਤਾਨੇ ਮਿਹਣਿਆਂ ਵੱਲ ਦੇਖ ਕੇ ਡੋਲਿਓ ਨਾ, ਕਿਉਂਕਿ ਪਿਛਲੇ ਸਮੇਂ ਵਿੱਚ ਨਬੀਆਂ ਨਾਲ ਵੀ ਇਹੀ ਸਭ ਕੁਛ ਹੋਇਆ ਸੀ। ਉਹ ਵੀ ਇਸੇ ਦੁੱਖਾਂ ਚੋਂ ਨਿਕਲਦੇ ਗਏ ਸੀ। ਏਦਾਂ ਹੀ ਪਰਮੇਸ਼ਰ ਦਾ ਬਚਨ ਸਾਨੂੰ ਤਸੱਲੀ ਦਿੰਦਾ ਆ। ਬਾਈਬਲ ਦੱਸਦੀ ਪਰਮੇਸ਼ਵਰ ਦਾ ਬਚਨ ਕਹਿੰਦਾ ਆ, ਪਰਮੇਸ਼ਰ ਦਾ ਬਚਨ ਕੋਣੇ ਸਾਨੂੰ ਚਾਨਣ ਬਖਸ਼ਦਾ ਆ, ਸਿੱਧੇ ਸਾਰੇ ਲੋਕਾਂ ਨੂੰ ਪਰਮੇਸ਼ਰ ਸਮਝ ਦਿੰਦਾ ਸੁਣਿਆ। ਪਰ ਸਮਝ ਉਹਨਾਂ ਨੂੰ ਦਿੰਦਾ ਆ ਜੋ ਬਚਨ ਤੇ ਮੰਨਣ ਕਰਦੇ, ਬਚਨ ਤੇ ਵਿਸ਼ਵਾਸ ਕਰਦੇ ਆ। ਹਾਂ, ਪਰਮੇਸ਼ਵਰ ਬਾਈਬਲ ਚ ਲਿਖਿਆ ਆ ਤੂੰ ਜਿੱਥੇ ਵੀ ਜਾਵੇਂਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਸੁਣਿਆ। ਪਰ ਇਨਸਾਨ ਕਹਿੰਦਾ ਇਹ ਬਚਨ ਪੜ੍ਹਨਾ, ਇਨਸਾਨ ਕਹਿੰਦਾ ਬਾਈਬਲ ਚ ਲਿਖਿਆ ਪਰਮੇਸ਼ਵਰ ਨੇ ਮੈਂ ਤੇਰੇ ਅੰਗ ਸੰਗ ਹੋਵਾਂਗਾ। ਪ੍ਰਭੂ ਉਹਦੇ ਵਿੱਚ ਕੀ ਲਿਖਦਾ? ਯਹੋਸ਼ੂਆ ਦੀ ਪੁਸਤਕ ਵਿੱਚ ਪਰਮੇਸ਼ਵਰ ਕਹਿੰਦਾ ਆ ਇਹ ਵਿਵਸਥਾ ਦੀ ਪੋਥੀ ਦੀਆਂ ਗੱਲਾਂ ਕਦੇ ਵੀ ਤੇਰੇ ਚਿੱਤ ਤੋਂ, ਕਦੇ ਵੀ ਤੇਰੇ ਜ਼ੁਬਾਨ ਤੋਂ, ਕਦੇ ਵੀ ਤੇਰੇ ਦਿਲ ਤੋਂ ਵੱਖਰੀਆਂ ਨਾ ਹੋਣ ਸੁਣਿਆ। ਸਾਨੂੰ ਚਾਹੁੰਦਾ ਪਰਮੇਸ਼ਰ ਇਸਤੇਮਾਲ ਕਰਨਾ, ਪਰ ਸਾਨੂੰ ਕੀ ਲੋੜ ਆ? ਪਰਮੇਸ਼ਰ ਨਾਲ ਚੱਲਣ ਦੀ ਮਿਹਨਤ ਕਰਨ ਦੀ ਸੁਣਿਆ। ਪ੍ਰਭੂ ਜੀ ਦਾ ਧੰਨਵਾਦ ਆ। ਸੱਚਮੁੱਚ ਪਰਮੇਸ਼ਵਰ ਕਹਿੰਦਾ ਮੈਂ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਤੁਹਾਨੂੰ ਕਿਹੜੀ ਚੀਜ਼ਾਂ ਦੀ ਲੋੜ ਸੁਣਿਆ। ਪਰਮੇਸ਼ਰ ਵਾਕਈ ਪੂਰਾ ਕਰਦਾ ਆ। ਪ੍ਰਭੂ ਦਾ ਧੰਨਵਾਦ ਹੈ ਸਾਨੂੰ ਜਿਉਂਦੇ ਰੱਖਿਆ ਆ। ਅੱਜ ਦੀ ਮੀਟਿੰਗ ਸਾਨੂੰ ਪਰਮੇਸ਼ਰ ਨੇ ਇਕੱਠੇ ਕੀਤਾ, ਜੋ ਪਾਸਟਰ ਸਾਹਿਬਾਨ ਆਏ ਆ, ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਸਭ ਲਈ ਪਰਮੇਸ਼ਰ ਧੰਨਵਾਦ। ਪਰਮੇਸ਼ਰ ਜਾਜਕ ਤੁਸੀਂ ਨਵੀਂ ਆ ਪਰਮੇਸ਼ਵਰ ਦੇ, ਵਿਸ਼ਵਾਸ ਕਰੋ ਪਰਮੇਸ਼ਵਰ ਉੱਪਰ। ਤੁਸੀਂ ਪਰਮੇਸ਼ਰ ਦੇ ਜਾਜਕ ਨਬੀ ਇਸ ਸਮੇਂ। ਪਰਮੇਸ਼ਰ ਕਹਿੰਦਾ ਜਿਹੜਾ ਮੇਰੇ ਲਹੂ ਦੇ ਮਾਸ ਦਾ ਸਾਂਝੀ ਬਣਦਾ ਆ, ਜੇ ਉਹ ਪ੍ਰਚਾਰ ਨਹੀਂ ਕਰਦਾ, ਆਪਣੀ ਗਵਾਹੀ ਨਹੀਂ ਦੱਸਦਾ, ਠੀਕ ਆ, ਉਸ ਚ ਮੇਰਾ ਜੀਵਨ ਹੀ ਹੈਗਾ ਸੁਣੋਗੇ, ਉਸ ਚ ਮੈਂ ਵਾਸ ਨਹੀਂ ਕਰਦਾ। ਪਰਮੇਸ਼ਰ ਕਹਿੰਦਾ ਵਾਸ ਉਸ ਇਨਸਾਨ ਵਿੱਚ ਕਰਦਾ ਆ ਜਿਹਦੇ ਵਿੱਚ ਪਰਮੇਸ਼ਵਰ ਦੀਆਂ ਗੱਲਾਂ ਸੁਣਦਾ। ਕੋਈ ਵੀ ਆਪਣਾ ਕੰਮ ਸਾਬਤ ਕਰਨ ਵਾਸਤੇ, ਕੋਈ ਵੀ ਕੰਮ ਆ, ਕਿਸੇ ਵੀ ਕੰਮ ਦਾ ਹੁਨਰ ਹੋਵੇ, ਉਹਨੂੰ ਸਾਬਤ ਕਰਨ ਵਾਸਤੇ ਅੰਦਰੋਂ ਠੀਕ ਇੱਕ ਉਹ ਕੰਮ ਕਰਨਾ ਪੈਂਦਾ, ਤਸੱਲੀ ਨਾਲ ਸੁਣੀਏ, ਇੱਕ ਵਿਸ਼ਵਾਸ ਨਾਲ ਕੰਮ ਕਰਨਾ ਪੈਂਦਾ। ਅਸੀਂ ਮਸੀਹ ਕਿੱਦਾਂ ਸਾਡੇ ਸਾਬਤ ਹੁੰਦਾ? ਪਰਮੇਸ਼ਵਰ ਕਹਿੰਦਾ ਆ ਜਿੱਥੇ ਵੀ ਤੂੰ ਜਾਵੇਂਗਾ ਤੇਰੇ ਅੰਗ ਸੰਗ ਹੋਵਾਂਗਾ, ਜਿੱਥੇ ਤੂੰ ਖੜਾ ਹੋਵਾਂਗਾ ਤਿੱਥੇ ਹੋ ਕੇ ਮੈਂ ਕੰਮ ਕਰਾਂਗਾ। ਪਰਮੇਸ਼ਵਰ ਨੇ ਪ੍ਰਭੂ ਜੀ ਦਾ ਧੰਨਵਾਦ ਆ। ਸਭ ਨੂੰ ਪਰਮੇਸ਼ਰ ਬਰਕਤ ਸੋ, ਪਰਮੇਸ਼ਰ ਘਰਾਣੇ ਨੂੰ ਸਲਾਮਤ ਰੱਖੇ। ਮੇਰਾ ਵਿਸ਼ਵਾਸ ਹੈ ਜਿਸ ਬੱਚੇ ਨੂੰ ਪਰਮੇਸ਼ਰ ਨੂੰ ਬਲੈਸ ਕਰੇਗਾ। ਅੱਜ ਦਾ ਟੌਪਿਕ ਹੈਗਾ ਆ ਪਰਮੇਸ਼ਵਰ ਆਪਣੇ ਆਪ ਨੂੰ ਅਰਪਣ ਕਰਨਾ ਸੁਣਿਆ। ਅਰਪਣ ਕਰਕੇ ਪਰਮੇਸ਼ਰ ਤੇ ਵਿਸ਼ਵਾਸ ਰੱਖਣਾ ਕਿ ਪ੍ਰਭੂ ਸਾਡੇ ਨਾਲ ਹੈ ਕਿ ਨਹੀਂ ਹੈਗਾ ਸੁਣਿਆ। ਪਰਮੇਸ਼ਵਰ ਦੱਸਦਾ ਆ, ਪਰਮੇਸ਼ਵਰ ਕਹਿੰਦਾ ਠੀਕ ਆ, ਆਪਣਾ ਆਪ ਛੱਡ ਕੇ, ਠੀਕ ਆ, ਆਪਣਾ ਆਪ ਠੀਕ ਇੱਕ ਸਭ ਕੁਛ ਪਿੱਛੇ ਸੱਟ ਕੇ ਮੇਰੇ ਪਿੱਛੇ ਹੋ ਤੁਰ ਸੁਣਿਆ। ਪਰ ਕਿਹੜਾ ਇਨਸਾਨ ਹੋ ਤੁਰਦਾ ਆ ਜਿਹੜਾ ਕਹਿੰਦਾ ਹਾਂ ਪਰਮੇਸ਼ਵਰ ਸਭ ਕੁਛ ਮੇਰਾ ਤੂੰ ਹੀ ਸੁਣਿਆ। ਕੋਈ ਵਿਪਤਾ ਆਉਂਦੀ ਆ, ਵਿਪਤਾ ਤੋਂ ਭੱਜਦਾ ਨਹੀਂ, ਪਰ ਕੇ ਡਟ ਕੇ ਉਹਦਾ ਮੁਕਾਬਲਾ ਕਰ। ਬਾਈਬਲ ਲਿਖਿਆ ਪਰਮੇਸ਼ਵਰ ਕਹਿੰਦਾ ਆ ਤੁਸੀਂ ਵਿਪਤਾ ਦਿਨ ਢਿੱਲੇ ਨਾ ਪਾਓ, ਸਮਾਂ ਕੇ ਤੁਸੀਂ ਇਹੋ ਜਿਹਾ ਬਲ ਪ੍ਰਾਪਤ ਕਰੋ, ਤੁਸੀਂ ਪਰਮੇਸ਼ਰ ਦੇ ਇੰਨੀ ਗ੍ਰੇਸ ਵੱਧਦੇ ਜਾਓ, ਸ਼ੈਤਾਨ ਤੁਹਾਡੇ ਕੋਲੋਂ ਡਰ ਕੇ ਨੱਠ ਜਾਵੇਗਾ ਸੁਣਿਆ। ਇਸ ਤਰ੍ਹਾਂ ਪਰਮੇਸ਼ਰ ਨੂੰ ਬਲ ਦੇਣਾ ਚਾਹੁੰਦਾ, ਪਰ ਬਲ ਦਿੰਦਾ ਪਰਮੇਸ਼ਵਰ ਕਿਹਨੂੰ? ਪਰਮੇਸ਼ਵਰ ਕਹਿੰਦਾ ਹੇ ਭਾਰ ਰਹਿੜ ਦੱਬੇ ਹੋਏ ਮੇਰੇ ਕੋਲ ਰਾਮ ਸ਼ਾਂਤੀ ਦੇਵਾਂਗਾ ਸੁਣਿਆ। ਪਰ ਜਿਹੜਾ ਪਰਮੇਸ਼ਵਰ ਕੋਲ ਆਉਂਦਾ ਸੁਣਿਆ। ਹੁਣ ਅੰਨੇ ਨੇ ਕੀ ਕੀਤਾ? ਨਹੀਂ ਨਖਾ ਕਿੱਦਾਂ ਪਾਈਆਂ ਆ? ਅੰਨੇ ਕੋਲ ਪਰਮੇਸ਼ਵਰ ਨਹੀਂ ਗਿਆ, ਪਰਮੇਸ਼ਵਰ ਕੋਲ ਅੰਨਾ ਚੱਲ ਕੇ ਆਇਆ। ਕਹਿੰਦਾ ਇਹ ਦਾਊਦ ਦੇ ਪੁੱਤਰ ਮੇਰੇ ਉੱਪਰ ਦਇਆ ਕਰ ਸੁਣਿਆ। ਸਾਨੂੰ ਵੀ ਲੋੜ ਹੈ ਆਪਣੇ ਮੂੰਹ ਚੋਂ ਅੰਗੀਕਾਰ ਕਰਨ ਦੀ, ਪਰਮੇਸ਼ਵਰ ਅਸੀਂ ਪਾਪੀ, ਸਾਡੇ ਉੱਪਰ ਦਇਆ ਕਰ ਸੁਣਿਆ। ਹਲੀਮਾਂ ਉੱਪਰ ਪਰਮੇਸ਼ਵਰ ਹਮੇਸ਼ਾ ਦੀ ਦਇਆ ਕਰਦਾ ਆ, ਪਰ ਘਮੰਡੀਆਂ ਉੱਪਰ ਪਰਮੇਸ਼ਰ ਆਪਣਾ ਠੀਕ ਆ ਇੱਕ ਕ੍ਰੋਧ ਦਿਖਾਲਦਾ ਪਰਮੇਸ਼ਰ ਸੁਣਿਆ। ਸਾਨੂੰ ਪਰਮੇਸ਼ਰ ਵਿੱਚ ਚੱਲਣ ਦੀ ਲੋੜ ਆ, ਆਪਣੇ ਅਧੀਨ ਕਰੀ ਪਰਮੇਸ਼ਰ ਦੀ ਲੋੜ ਸੁਣਿਆ। ਔਰ ਬਚਨ ਦਿਖਾਂਗੇ, ਪ੍ਰਭੂ ਦੀ ਮਹਿਮਾ ਕਰਾਂਗੇ ਬਚਨ ਦਾ ਹੀ, ਔਰ ਬਚਨ ਦੇ ਉੱਪਰ ਵਿਸ਼ਵਾਸ ਕਰਕੇ ਆਪਣੀ ਗਵਾਹੀ ਨੂੰ ਗ੍ਰਹਿਣ ਕਰਾਂਗੇ ਪਰਮੇਸ਼ਰ ਦੀ ਦਇਆ ਦੁਆਰਾ। ਮਿਕਾਹ ਦੀ ਪੁਸਤਕ 6 ਚੈਪਟਰ ਉਹਦੀ 8 ਤੇ ਪੜਾਂਗੇ। ਹਾਂਜੀ ਹਾਂਜੀ ਪਾਸਟਰ ਜੀ, ਕਿੰਨੀ ਮਿਕਾਹ ਦੀ? ਮਿਕਾਹ ਦੀ 6 ਚੈਪਟਰ ਉਹਦੀ 8 ਹੈ। ਹਾਂਜੀ 6 ਦੀ 8 ਦੇ ਵਿੱਚ ਲਿਖਿਆ ਹੋਇਆ ਆ, ਹੇ ਆਦਮੀ ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ?
ਅਤੇ ਯਹੋਵਾ ਤੇਥੋਂ ਹੋਰ ਕੀ ਮੰਗਦਾ ਹੈ, ਪਰ ਇਹ ਕਿ ਤੂੰ ਇਨਸਾਫ ਕਰ, ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ। ਹਾਲੇਲੂਇਆ। ਹਾਲੇਲੂਇਆ। ਦੇਖੋ ਪਰਮੇਸ਼ਵਰ ਕਹਿੰਦਾ ਹੇ ਮੇਰੇ ਪੁੱਤਰ, ਹੇ ਆਦਮੀ, ਹੇ ਮੇਰੇ ਜਨ, ਪਰਮੇਸ਼ਵਰ ਕਹਿੰਦਾ ਮੈਂ ਤੇ ਤੋਂ ਕੀ ਮੰਗਦਾ ਸੁਣ ਮੈਂ ਹੂੰ। ਜਦੋਂ ਪਰਮੇਸ਼ਵਰ ਕਹਿੰਦਾ ਇਹ ਮੰਗਦਾ ਆ, ਤੂੰ ਸੱਚਾਈ ਨਾਲ, ਰੂਹ ਸੱਚਾਈ ਨਾਲ, ਪਰਮੇਸ਼ਵਰ ਕਹਿੰਦਾ ਮੇਰੀ ਸੇਵਾ ਕਰ, ਲੋਕਾਂ ਦਾ ਇਨਸਾਫ ਕਰ। ਪਰਮੇਸ਼ਵਰ ਕਹਿੰਦਾ ਕਿਸੇ ਨੂੰ ਇੱਕ ਪਾਪ ਚ ਫਸਿਆ ਦੇਖ ਕੇ ਉਹਦੇ ਇਨਸਾਫ ਕਰਨ ਦੀ ਕੋਸ਼ਿਸ਼ ਕਰ। ਕੋਸ਼ਿਸ਼ ਕਿੱਦਾਂ ਕਰ, ਉਹ ਦੱਸ। ਪਰਮੇਸ਼ਵਰ ਜਿਉਂਦਾ ਆ, ਪਰਮੇਸ਼ਵਰ ਪਾਪੀਆਂ ਉੱਪਰ ਦਇਆ ਕਰਨ ਵਾਲਾ ਪਰਮੇਸ਼ਵਰ ਆ। ਪ੍ਰਭੂ ਯਿਸੂ ਮਸੀਹ ਇਹੋ ਜਿਹੇ ਆ, ਠੀਕ ਹੈ, ਸਾਡੀ ਖਾਤਰ ਦੁੱਖ ਝੱਲੇ ਨੇ, ਕੋੜੇ ਖਾਦੇ, ਕੰਡੇ ਦਾ ਤਾਜ। ਪਰਮੇਸ਼ਵਰ ਕਹਿੰਦਾ ਦੱਸ, ਸਾਡੀ ਖਾਤਰ ਪਵਾਇਆ ਸੁਣੇ। ਰੂਹ ਸੱਚਾਈ ਨਾਲ ਪਰਮੇਸ਼ਵਰ ਕਹਿੰਦਾ ਚੱਲ। ਕਿ ਕੀ ਲਿਖਿਆ, ਕਹਿੰਦਾ ਤੂੰ ਇਨਸਾਨ ਕਰ, ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ। ਸੁਣਿਆ ਅਧੀਨ ਹੋ ਕੇ ਕਿੱਦਾਂ ਚੱਲਦਾ ਇਨਸਾਨ? ਤੇ ਹੇ ਪਰਮੇਸ਼ਵਰ ਸਭ ਕੁਛ ਤੇਰਾ ਮੇਰੇ ਵਿੱਚ। ਸੁਣਿਆ ਕੁਛ ਵੀ ਕਰ ਸਕਦਾ ਮੇਰੇ ਪਰਮੇਸ਼ਵਰ। ਸੁਣਿਆ ਮੇਰਾ ਕੁਛ ਨਹੀਂ ਹੈਗਾ। ਸੁਣਿਆ ਹੋ ਬਾਈਬਲ ਦੱਸਦੀ ਆ, ਇੱਕ ਇਨਸਾਨ ਸੀ ਜਿਹੜਾ ਕਹਿੰਦਾ ਪਰਮੇਸ਼ਵਰ ਮੈਂ ਪਾਪੀ ਆ, ਮੇਰੇ ਉੱਪਰ ਦਇਆ ਕਰ। ਸੁਣਿਆ ਇੱਕ ਫਰੀਸੀ ਸੀ, ਕਹਿੰਦਾ ਪਰਮੇਸ਼ਵਰ ਮੈਂ ਤੇਰੇ ਘਰ, ਠੀਕ ਆ, ਦਸਵੰਧ ਦਿੰਦਾ ਆ, ਠੀਕ ਆ, ਆਹ ਕਰਦਾ ਬੋਹ ਕਰਦਾ ਆ, ਪਰ ਉਹਨੇ ਕੀ ਕੀਤਾ, ਕਹਿੰਦਾ ਪਰਮੇਸ਼ਵਰ ਮੇਰੇ ਉੱਪਰ ਦਇਆ ਕਰ, ਮੈਂ ਪਾਪੀ ਆ। ਪਰ ਜਿਹੜਾ ਇਨਸਾਨ ਆਪਣੇ ਆਪ ਨੂੰ ਪ੍ਰੇਤ ਜ਼ੀਰੋ ਕਰਦਾ ਆ, ਪਰਮੇਸ਼ਵਰ ਉਹਦੀ ਸੁਣਦਾ। ਸੁਣਦਾ ਆਪਾਂ ਪਰਮੇਸ਼ਵਰ ਨੂੰ ਚਾਹੇ ਪਰਮੇਸ਼ਵਰ ਕੇ ਪ੍ਰੇਰ ਕਰਦੇ, ਚਾਹੇ ਭੇਟਾ, ਚਾਹੇ ਕੁਛ ਦਸਵੰਧ ਦਿੰਦੇ ਆ, ਪਰਮੇਸ਼ਵਰ ਉੱਪਰ ਅਹਿਸਾਨ ਨਹੀਂ ਕਰਦੇ ਆਪਾਂ। ਸੁਣਿਆ ਪਰਮੇਸ਼ਵਰ ਸਾਨੂੰ ਬਾਈਬਲ ਦੱਸਦੀ, ਪਰਮੇਸ਼ਵਰ ਕਹਿੰਦਾ ਆ ਜੋ ਤੂੰ ਮੈਨੂੰ ਦੇਵੇਂਗਾ ਮੈਂ ਤੂੰ 100 ਗੁਣਾ ਪਰਮੇਸ਼ਵਰ ਦਾ ਵਾਪਸ ਕਰਾਂਗਾ। ਚਾਹੇ ਆਪਾਂ ਟਾਈਮ ਦਿੰਦੇ ਆਪਣਾ, ਬਾਈਬਲ ਦੱਸਦੀ ਪਰਮੇਸ਼ਵਰ ਕਹਿੰਦਾ ਜਿਹੜਾ ਇਨਸਾਨ ਮੇਰੇ ਖਾਤਰ, ਠੀਕ ਆ, ਆਪਣੇ ਧੀ ਪੁੱਤਰ, ਠੀਕ ਆ, ਮਾਲ ਧਨ ਦੌਲਤ ਛੱਡੇਗਾ, ਪਰਮੇਸ਼ਵਰ ਕਹਿੰਦਾ ਹੁਣ ਮੈਂ 100 ਗੁਣਾ ਪਰਮੇਸ਼ਵਰ ਦਾ ਵਾਪਸ ਕਰਾਂਗਾ। ਤੇ ਚਾਹੁੰਦੇ ਪਰਮੇਸ਼ਵਰ ਦਾ ਵਚਨ ਸਾਡੇ ਦਾ ਪੂਰਾ ਹੋਏ, ਪਰ ਪੂਰਾ ਕਿੱਦਾਂ ਹੁੰਦਾ ਆ? ਜਦੋਂ ਅਧੀਨ ਹੋ ਕੇ ਪਰਮੇਸ਼ਵਰ ਵਿੱਚ ਚੱਲਦੇ ਸੀ। ਪਰਮੇਸ਼ਵਰ ਕਹਿੰਦਾ, ਬਾਈਬਲ ਦੱਸਦੀ ਪਰਮੇਸ਼ਵਰ ਕਹਿੰਦਾ ਘਮੰਡ ਇਨਸਾਨ ਉਸ ਗੱਲ ਤੇ ਕਰੇ ਵੀ ਹਾਂ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ, ਪਰਮੇਸ਼ਵਰ ਨੂੰ ਚੁਣ ਲਿਆ ਆ, ਮੈਂ ਪਾਪਾਂ ਤੋਂ ਰਹਿਤ ਹੋ ਗਿਆ। ਸਾਨੂੰ ਲੋੜ ਆ ਪਰਮੇਸ਼ਵਰ ਅੱਗੇ ਚੱਲਣ ਦੀ। ਸੁਣਿਆ ਹੋ ਪਰਮੇਸ਼ਵਰ ਦੇ ਵਿਸ਼ਵਾਸ ਰੱਖੇ ਅੱਗੇ ਵਧਣ ਦੀ। ਸੁਣਿਆ ਪਰ ਕਿੱਦਾਂ ਇਨਸਾਨ ਵੱਧਦਾ ਆ? ਆਪਣੇ ਚ ਹਲੀਮਤਾ ਪੈਦਾ ਕਰਕੇ। ਕਦੇ ਪਰਮੇਸ਼ਵਰ ਕਹਿੰਦਾ ਇਨਸਾਨ ਦੇ ਡਿੱਗਣ ਤੋਂ ਪਹਿਲਾਂ ਘਮੰਡ ਆਉਂਦਾ ਆ, ਪਰ ਉੱਚਾ ਹੋਣ ਤੋਂ ਪਹਿਲਾਂ ਹਲੀਮਤਾ ਆਉਂਦੀ। ਸੁਣਿਆ ਆਪਣੇ ਆਪ ਨੂੰ ਨੀਵੇਂ ਰੱਖਣਾ ਹੈ। ਪਰਮੇਸ਼ਵਰ ਸਭ ਕੁਛ ਤੇਰਾ ਹੈ। ਸੁਣਿਆ ਹੋ ਜੇ ਇਨਸਾਨ ਉੱਪਰ ਕੋਈ ਮੌਤ ਆਉਂਦੀ, ਕੁਛ ਵੀ ਹੁੰਦੀ, ਇਨਸਾਨ ਦਾ ਕੋਈ ਬਸ ਨਹੀਂ ਹੁੰਦਾ। ਸੁਣਿਆ ਪਰਮੇਸ਼ਵਰ ਚਾਹੇ ਸਭ ਕੁਛ ਕਰ ਸਕਦਾ। ਸੁਣਿਆ ਪਰ ਇਹੀ ਆ, ਸਾਹ ਸਾਡੇ ਪਰਮੇਸ਼ਵਰ ਚਲਾ ਰਿਹਾ ਆ, ਸਾਨੂੰ ਆਕਸੀਜਨ ਸਾਨੂੰ ਪਰਮੇਸ਼ਵਰ ਨੇ ਦਿੱਤੀ ਆ, ਉਹਦਾ ਹਰ ਵੇਲੇ ਧੰਨਵਾਦ ਕਰੋ। ਕਿਸ ਗੱਲ ਵਿੱਚ? ਪਰਮੇਸ਼ਵਰ ਤੂੰ ਸਾਨੂੰ ਜਿਉਂਦੇ ਰੱਖਿਆ। ਸਾਨੂੰ ਬਾਈਬਲ ਦੱਸਦੀ ਆ ਮੁਰਦੇ ਕਦੇ ਪਰਮੇਸ਼ਵਰ ਦੀ ਉਪਾਸਨਾ ਨਹੀਂ ਕਰ ਸਕਦੇ, ਜਿਉਂਦਾ ਇਨਸਾਨ ਪਰਮੇਸ਼ਵਰ ਦੀ ਉਪਾਸਨਾ ਕਰ ਸਕਦਾ। ਪਰ ਬਾਈਬਲ ਦੱਸਦੀ ਆ, ਪਰਮੇਸ਼ਵਰ ਕਹਿੰਦਾ ਆ ਅਧੀਨ ਜਿਹੜਾ ਮੇਰੇ ਉੱਪਰ ਅਧੀਨ ਹੋ ਕੇ ਚੱਲਦਾ, ਮੇਰੇ ਚ ਡਰ ਤੇ ਭੈ ਦੇ ਵਿੱਚ ਰਹਿੰਦਾ, ਉਹਦੇ ਉੱਪਰ ਮੇਰੀ ਦਇਆ ਸਦਾ ਦੀ। ਸੁਣਿਆ ਪੀੜ੍ਹੀਓ ਪੀੜ੍ਹੀ ਦਇਆ ਕਰਨ ਵਾਲਾ ਪਰਮੇਸ਼ਵਰ। ਸੁਣਿਆ ਤਦੇ ਪਰਮੇਸ਼ਵਰ ਕਹਿੰਦਾ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲੋ। ਇਹ ਕੋ ਸੌ ਕੋ ਪਰਮੇਸ਼ਵਰ ਤੇਰਾ ਹੀ ਆ। ਕਹਿੰਦਾ ਪਰਮੇਸ਼ਵਰ ਕੋਈ ਇਨਸਾਨ ਘਮੰਡ, ਆਪਣੇ ਧੀ ਪੁੱਤ ਤੇ ਘਮੰਡ ਨਾ ਕਰੇ, ਪੈਸੇ ਤੇ ਘਮੰਡ ਨਾ ਕਰੇ, ਆਪਣੀ ਜਾਇਦਾਦ ਤੇ ਘਮੰਡ ਨਾ ਕਰੇ, ਆਪਣੀ ਜੌਬ ਤੇ ਘਮੰਡ ਨਾ ਕਰੇ। ਕਿਸ ਗੱਲ ਤੇ ਘਮੰਡ ਕਰੇ? ਮੈਂ ਪਰਮੇਸ਼ਵਰ ਨੂੰ ਜਾਣਦਾ। ਬਸ ਇਹੀ ਕੋ ਸਭ ਉਪਦੇਸ਼ਕ ਦੀ ਪੋਥੀ ਦੱਸਦੀ, ਉਪਦੇਸ਼ਕ ਦੱਸਦਾ ਹੈ, ਕਹਿੰਦਾ ਸਭ ਵਿਅਰਥਾਂ ਦਾ ਵਿਅਰਥ ਸਭ ਕੁਛ। ਸੁਣਿਆ ਸਭ ਕੁਛ ਵਿਅਰਥ ਹੈ। ਸੁਣਿਆ ਪਰ ਸੱਚ ਕੀ ਆ? ਅਸੀਂ ਪਰਮੇਸ਼ਵਰ ਨਾਲ ਜੀਵਾਂਗੇ, ਪਰਮੇਸ਼ਵਰ ਨਾਲ ਚੱਲਾਂਗੇ, ਪਰਮੇਸ਼ਵਰ ਨਾਲ ਜੀਵਾਂਗੇ, ਪਰਮੇਸ਼ਵਰ ਦੇ ਘਰ ਚ ਜਾ ਕੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ, ਸਵਰਗ ਵਿੱਚ ਜਾ ਕੇ। ਅੱਗੇ ਪੜਾਂਗੇ। ਹਾਂਜੀ ਮੱਤੀ ਦੀ ਅੰਜੀਲ 7 ਚੈਪਟਰ ਉਹਦੀ 12 ਆਇਤ। ਹਾਂਜੀ 7 ਦੀ 12 ਦੇ ਵਿੱਚ ਲਿਖਿਆ ਹੋਇਆ ਆ। ਹਾਂਜੀ ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਦੇ ਨਾਲ ਉਵੇਂ ਹੀ ਕਰੋ, ਕਿਉਂਕਿ ਤੁਰੰਤ ਅਤੇ ਨਵਿਆਂ ਦਾ ਇਹੋ ਮਤਲਬ ਹੈ। ਹਾਲੇਲੂਇਆ। ਦੇਖੋ ਇਨਸਾਨ ਕਹਿੰਦਾ ਉਹ ਇੱਕ ਇਨਸਾਨ ਉੱਪਰ, ਠੀਕ ਹੈ, ਇੱਕ ਤੋਬਤ ਲਾਉਂਦਾ ਹੈ, ਇੱਕ ਉਹਨਾਂ ਬੈਰ ਕਰਦਾ ਆ। ਪਰ ਬਾਈਬਲ ਦਾ ਪਰਮੇਸ਼ਵਰ ਕਹਿੰਦਾ ਜਿਹੜਾ ਇੱਕ ਦਇਆ ਕਰਨ ਵਾਲਾ ਇਨਸਾਨ ਹੈ, ਇੱਕ ਪਰਮੇਸ਼ਵਰ ਚੱਲਣ ਵਾਲਾ ਇਨਸਾਨ ਹੈ, ਅਧੀਨ ਹੋ ਕੇ ਚੱਲਣ ਵਾਲਾ ਇਨਸਾਨ ਆ,
ਉਹ ਸਭ ਕੁਝ ਬਦਲ ਸਕਦਾ ਸੁਣਮਿਆ। ਕਰਕੇ ਅਧੀਨ ਹੋ ਕੇ ਇੱਕ ਉਹਦੇ ਮੰਗੇ ਠੀਕ ਮਾਫੀ ਮੰਗਣੀ ਆ, ਤੁਸੀਂ ਹਜ਼ਾਰਾਂ ਬੰਦੇ ਦਾ ਮੂੰਹ ਬੰਦ ਕਰ ਸਕਦੇ ਸੁਣਮਿਆ। ਪਰ ਘਮੰਡੀ ਕਰਕੇ, ਘਮੰਡ ਚ ਆ ਕੇ, ਹੰਕਾਰ ਚ ਆ ਕੇ, ਗੁੱਸੇ ਚ ਆ ਕੇ ਉਹੀ ਤੁਹਾਨੂੰ ਠੀਕ ਹੈ ਤੁਹਾਨੂੰ ਇੱਕ ਮ੍ਰਿਤੂ ਤੁਹਾਨੂੰ ਦੇ ਤੁਹਾਨੂੰ ਇੱਕ ਮਾਰ ਸਕਦੇ ਸੁਣਿਓ। ਜੇ ਪਰਮੇਸ਼ਵਰ ਦੇ ਬਚਨ ਦੁਆਰਾ ਅਧੀਨ ਹੁੰਦੇ ਆ, ਤੁਹਾਨੂੰ ਪਰਮੇਸ਼ਵਰ ਦਾ ਅਨੁਗ੍ਰਹਿ ਮਿਲਦਾ ਆ, ਤੁਹਾਡੇ ਉੱਪਰ ਦਇਆ ਹੁੰਦੀ ਸੁਣਮਿਆ। ਇਸੇ ਕਰਕੇ ਪਰਮੇਸ਼ਵਰ ਕਹਿੰਦਾ ਸੋ ਜੋ ਕੁਝ ਤੁਸੀਂ ਚਾਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ। ਜੇ ਚਾਹੁੰਦੇ ਸਾਨੂੰ ਅਸੀਂ ਜਿਸ ਪਿਆਰ ਲੈਣਾ ਚਾਹੁੰਦੇ ਹਾਂ, ਪਰ ਸਾਨੂੰ ਆਪਣਾ ਪਹਿਲਾਂ ਪਿਆਰ ਉਹਨੇ ਸਾਬਤ ਕਰਨਾ ਪੈਣਾ ਸੁਣਮਿਆ। ਹਾਂ ਪਰਮੇਸ਼ਵਰ ਸਾਨੂੰ ਬਚਾਇਆ ਆ, ਅਸੀਂ ਵੀ ਪਰਮੇਸ਼ਵਰ ਦੇ ਨਾਮ ਜਿਹਨੂੰ ਪਿਆਰ ਕਰਦੇ ਨੂੰ ਬਚਾਉਣੇ ਆ, ਪਰਮੇਸ਼ਵਰ ਦਾ ਬਚਨ ਦੱਸਦੇ ਆ ਵੀ ਪਰਮੇਸ਼ਵਰ ਦੇ ਵੱਲ ਵਾਪਸ ਮੁੜਿਆ, ਤਾਂ ਕਿ ਜੋ ਸਾਡੇ ਉੱਪਰ ਦਇਆ ਹੋਈ ਪਰਮੇਸ਼ਵਰ ਤੇਰੇ ਉੱਪਰ ਵੀ ਹੋ ਸਕੇ। ਪਰ ਬਾਈਬਲ ਦੱਸਦੀ ਆ, ਪਰਮੇਸ਼ਵਰ ਕਹਿੰਦਾ ਆ, ਜਦੋਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਕਹਿੰਦੇ ਪ੍ਰਭੂ ਜੀ ਤੇਰਾ ਰਾਜ ਕਦ ਆਉਣਾ? ਪਰਮੇਸ਼ਵਰ ਕਹਿੰਦਾ ਮੇਰਾ ਰਾਜ ਕੋਈ ਆਕਾਸ਼ ਤੋਂ ਨਹੀਂ ਹੋਣਾ, ਤੁਹਾਡੇ ਵਿੱਚੋਂ ਪ੍ਰਗਟ ਹੋਣਾ। ਅਸੀਂ ਚਾਹੁੰਦੇ ਆ ਬਾਈਬਲ ਜੋ ਆਪਾਂ ਪ੍ਰੇਅਰ ਚ ਕਹਿੰਦੇ ਪਰਮੇਸ਼ਵਰ ਤੇਰਾ ਰਾਜ ਆਵੇ, ਇਹੀ ਤੇਰੀ ਮਰਜ਼ੀ ਸਵਰਗ ਚ ਪੂਰੀ ਧਰਤੀ ਤੇ ਪੂਰੀ ਹੋਵੇ। ਪਰਮੇਸ਼ਵਰ ਕਹਿੰਦਾ ਸਵਰਗ ਚ ਤਾਂ ਮੇਰੀ ਮਰਜ਼ੀ ਪੂਰੀ ਹੋ ਰਹੀ ਸੁਣਮਿਆ, ਉੱਥੇ ਤਾਂ ਫਰਿਸ਼ਤੇ ਮੇਰੀ ਮਹਿਮਾ ਕਰ ਰਹੇ ਆ, ਪਰ ਤੁਸੀਂ ਦੇਖੋ ਧਰਤੀ ਤੇ ਮੇਰੀ ਮਰਜ਼ੀ ਕਿੱਦਾਂ ਪੂਰੀ ਕਰਨੀ ਸੁਣਮਿਆ। ਧਰਤੀ ਪਰਮੇਸ਼ਵਰ ਕੀ ਕਹਿੰਦਾ? ਪਰਮੇਸ਼ਵਰ ਕਹਿੰਦਾ ਜਾਓ ਤਾਓ ਜਾਤੀ ਨੇ ਮੇਰੇ ਚੇਲੇ ਬਣਾਓ ਸੁਣਮਿਆ। ਕਹਿੰਦਾ ਜਾਓ, ਕਹਿੰਦਾ ਰੋਗੀਆਂ ਉੱਪਰ ਹੱਥ ਰੱਖੋ, ਰੋਗੀ ਚੰਗੇ ਹੋਣਗੇ, ਜਾਓ ਸੁਣਮਿਆ। ਪਰ ਆਪਾਂ ਸਿਰਫ ਪ੍ਰੇਰ ਇਹ ਕਰਦੇ ਆ ਪਰਮੇਸ਼ਵਰ ਜਿਹੀ ਤੇਰੀ ਮਰਜ਼ੀ ਸਵਰਗ ਚ ਪੂਰੀ ਧਰਤੀ ਤੇ ਪੂਰੀ ਹੋਵੇ। ਪਰਮੇਸ਼ਵਰ ਕਹਿੰਦਾ ਆ ਮੇਰੀ ਮਰਜ਼ੀ ਮੈਂ ਤੁਹਾਡੇ ਦੁਆਰਾ ਪੂਰੀ ਕਰਨੀ ਆਪਣੀ ਚਾਹੁੰਦਾ ਆ, ਠੀਕ ਆ, ਤੁਸੀਂ ਜਾਓ ਮੇਰੇ ਕੰਮ ਕਰੋ ਸੁਣਮਿਆ। ਪਰ ਅੱਜ ਕੱਲ ਇਨਸਾਨ ਕਿਸ ਵਿਪਤਾ ਚ ਬੜਿਆ ਆ ਵੀ ਹਾਏ ਪਰਮੇਸ਼ਵਰ ਠੀਕ ਹੈ ਮੈਨੂੰ ਪਹਿਲਾਂ ਬਲੈਸ ਕਰ ਪਰਮੇਸ਼ਵਰ, ਠੀਕ ਹੈ ਮੇਰੇ ਘਰ ਨੂੰ ਪਹਿਲਾਂ ਸ਼ਾਂਤ ਕਰ ਪਰਮੇਸ਼ਵਰ, ਮੇਰੀ ਪਹਿਲਾਂ ਤਕਲੀਫ ਨੂੰ ਪਹਿਲਾਂ ਮੇਰੀ ਤਕਲੀਫ ਸੁਣ ਦੋ ਪਰਮੇਸ਼ਵਰ, ਬਾਕੀ ਛੱਡ ਪਰੇ, ਬਾਕੀ ਬਾਅਦ ਦੀ ਗੱਲ ਸੁਣੋ। ਪਰਮੇਸ਼ਵਰ ਸਾਨੂੰ ਕੀ ਚਾਹੁੰਦਾ? ਪਰਮੇਸ਼ਵਰ ਕਹਿੰਦਾ ਤੂੰ ਮੇਰੇ ਕੰਮ ਕਰ ਜਾ ਕੇ, ਤੇਰੇ ਕੰਮ ਮੈਂ ਸੋਚਦਾ। ਪਰਮੇਸ਼ਵਰ ਨੇ ਕਿਹਾ ਖੜਕਾਓ ਤੁਹਾਡੇ ਲਈ ਖੋਲੇ ਜਾਓ, ਮੰਗੋ ਤੁਹਾਨੂੰ ਦਿੱਤਾ ਜਾਵੇਗਾ। ਮੰਗਣਾ ਕੀ ਆ? ਪਰਮੇਸ਼ਵਰ ਆਪਣਾ ਅਨੁਗ੍ਰਹਿ ਮਸਾ ਦੇ ਪਰਮੇਸ਼ਵਰ ਸਾਡੇ ਚ ਕੰਮ ਕਰੇ ਸੁਣਮਿਆ। ਉਹ ਪਰ ਕਦੋਂ ਆਉਂਦਾ ਆ? ਜਦੋਂ ਹਲੀਮਤਾ ਸਾਡੇ ਚ ਪ੍ਰਗਟ ਹੁੰਦੀ ਸੁਣਮਿਆ। ਆਪਣੇ ਆਪ ਨੂੰ ਹਲੀਮ ਰੱਖਣਾ ਜ਼ਰੂਰੀ ਸੁਣਮਿਆ। ਮੈਂ ਬਹੁਤ ਹੰਕਾਰ ਕਰਕੇ ਦੇਖ ਲਿਆ, ਬਹੁਤ ਗੁੱਸਾ ਨਫ਼ਰਤ ਕਰਕੇ ਦੇਖ ਚੁੱਕਾ ਸਿੱਖਿਆ, ਪਰ ਮੈਨੂੰ ਮਿਲਿਆ ਕੁਛ ਨਹੀਂ। ਪਰ ਜੋ ਹੁਣ ਆਨੰਦ ਸ਼ਾਂਤੀ ਮਿਲਿਆ ਆ ਉਹ ਵੱਖਰਾ ਸੁਣੋ। ਪਰ ਤਦੇ ਪਰਮੇਸ਼ਵਰ ਕਹਿੰਦਾ ਦਾਊਦ ਪਾਤਸ਼ਾਹ ਕਹਿੰਦਾ ਠੀਕ ਆ ਤੇਰਾ ਬਚਨ ਕੋਨੇ ਪਰਮੇਸ਼ਵਰ ਚਾਨਣ ਦਿੰਦਾ ਠੀਕ ਹੈ। ਜਦੋਂ ਠੀਕ ਹੈ ਪਰਮੇਸ਼ਵਰ ਦਾ ਬਚਨ ਆਉਂਦਾ ਆ, ਉਹ ਸਾਨੂੰ ਦੱਸਦਾ ਆਉਣ ਵਾਲੀ ਤਵਾਈ ਤੁਹਾਨੂੰ ਪਰਮੇਸ਼ਵਰ ਦਾ ਬਚਨ ਬਚਾਉਂਦਾ ਸੁਣੋ। ਬਚਾਉਂਦਾ ਕਦੋਂ ਆ? ਜਦੋਂ ਪਰਮੇਸ਼ਵਰ ਦਾ ਬਚਨ ਪੜ੍ਹ ਕੇ, ਮੰਨਣ ਕਰਕੇ, ਵਿਸ਼ਵਾਸ ਕਰਕੇ ਉਹਦੇ ਉੱਪਰ ਚੱਲਦੇ ਸੁਣੋ। ਆਪਾਂ ਇਹ ਕਹਿੰਦੇ ਹਾਂ ਪਰਮੇਸ਼ਵਰ ਜੋ ਬਾਈਬਲ ਚ ਲਿਖਿਆ ਪਰਮੇਸ਼ਵਰ ਕਹਿੰਦਾ ਜਿਹੜੀ ਇੱਕ ਗੱਲ ਤੇ ਚਪੇੜ ਮਾਰੇ ਦੂਈ ਗੱਲ ਮੋਹਰੇ ਕਰਦੇ ਸੁਣੋ। ਪਰ ਬਚਨ ਬੋਲਣਾ ਬਹੁਤ ਸੌਖਾ ਸੁਣੋ, ਬਚਨ ਪੜ੍ਹਨਾ ਬੋਲਣਾ ਬਹੁਤ ਸੌਖਾ, ਪਰ ਉਹਦਾ ਆਪਣੇ ਉੱਪਰ ਸਾਬਤ ਕਰਨਾ ਠੀਕ ਹੈ, ਉਹਨੂੰ ਇੱਕ ਸ਼ੋਅ ਕਰੀ ਠੀਕ ਹੈ, ਆਪਣਾ ਰਿਕਾਰਡ ਪੈਦਾ ਕਰਨਾ ਉਹ ਔਖਾ ਸੁਣਿਆ। ਕਰਕੇ ਸਹਿਣਸ਼ੀਲਤਾ ਅਧੀਨਗੀ ਸਾਡੇ ਚ ਹੋਊਗੀ, ਸਾਡੇ ਹਲੀਮਤਾ ਸਾਡੇ ਚ ਹੋਊਗੀ, ਅਸੀਂ ਤਾਂ ਪਰਮੇਸ਼ਵਰ ਦੇ ਬਚਨ ਨੂੰ ਪੂਰਾ ਕਰ ਸਕਦੇ ਸੀ। ਜੋ ਸੰਤ ਪੌਲਸ ਪ੍ਰਚਾਰਕਾਂ ਜਿਹੜੇ ਬੱਟੇ ਪੈਂਦੇ ਸੀ, ਲੋਕੀ ਜਿਹੜੀ ਤਾਨੇ ਮਿਹਣੇ ਮਾਰਦੇ, ਉਹਨੇ ਕਹਿੰਦਾ ਵੀ ਹਾਂ ਪਰਮੇਸ਼ਵਰ ਦੇਸ਼ ਉਜਾੜ ਦੇ, ਕਹਿੰਦਾ ਨਹੀਂ ਪਰਮੇਸ਼ਵਰ ਇਹਨਾਂ ਨੂੰ ਬਚਾ ਸੁਣਮਿਆ। ਕਿਉਂ ਸੀ ਠੀਕ ਆ? ਉਹ ਦੀਨ ਹੋ ਚੁੱਕੇ ਪਰਮੇਸ਼ਵਰ ਕਹਿੰਦਾ ਮੇਰਾ ਮਰਨਾ ਵੀ ਮਸੀਹ ਦੇ ਵਿੱਚ ਆ, ਮੇਰਾ ਜੀਣਾ ਵੀ ਮਸੀਹ ਲਾਈਵ ਤੱਕ ਪਰਮੇਸ਼ਵਰ ਦੇ ਵਿੱਚ ਸੁਣਮਿਆ। ਸਾਡਾ ਸੰਸਾਰ ਤੇ ਕੁਛ ਨਹੀਂ ਹੈਗਾ ਸੁਣਮਿਆ। ਇਹ ਧੀ ਪੁੱਤ ਚਾਹੇ ਧਨ ਦੌਲਤ ਕੁਛ ਵੀ ਅਸੀਂ ਕਰਦੇ ਆ, ਇਹ ਸੰਸਾਰ ਤੇ ਰਹਿਣਾ ਸਭ ਕੁਛ ਸੁਣਮਿਆ। ਸਾਡਾ ਕੀ ਉੱਪਰ ਜਾਣਾ ਆ? ਸਾਡਾ ਰਿਕਾਰਡ ਪਰਮੇਸ਼ਵਰ ਨੇ ਦੇਖਣਾ ਸੁਣਮਿਆ। ਅਸੀਂ ਪਰਮੇਸ਼ਵਰ ਲਈ ਕੀ ਲੈ ਕੇ ਆਏ ਸੁਣਮਿਆ। ਸਭ ਦਾ ਪਰਮੇਸ਼ਵਰ ਨਿਆਂ ਕਰਨਾ ਹੈ, ਸਭ ਦੇਖਣਾ ਵੀ ਤੂੰ ਮੇਰੇ ਕੀ ਲੈ ਕੇ ਆਇਆ ਸੁਣਮਿਆ। ਆਪਣੇ ਆਪ ਨੂੰ ਇੱਕ ਲੁਕੋ ਕੇ ਨਾ ਰੱਖੋ, ਦੁਨੀਆ ਮਾਰੇ ਸਾਬਤ ਕਰੋ। ਇਹ ਕਹੋ ਪਰਮੇਸ਼ਵਰ ਤਦੇ ਪਰਮੇਸ਼ਵਰ ਨੇ ਕਿਹਾ ਆ ਜਿਹੜਾ ਤੈਨੂੰ ਕਬੂਲ ਕਰਦਾ ਠੀਕ ਹੈ ਉਹ ਮੈਨੂੰ ਕਬੂਲ ਕਰਦਾ ਸੁਣਮਿਆ। ਜਿਹੜਾ ਤੇਰੀ ਬੇਇੱਜ਼ਤੀ ਕਰਦਾ ਪਰਮੇਸ਼ਵਰ ਕਹਿੰਦਾ ਮੇਰੇ ਦਾਸ ਦੀ ਬੇਇੱਜ਼ਤੀ ਕਰਦਾ, ਉਹ ਮੇਰੀ ਬੇਇੱਜ਼ਤੀ ਕਰਦਾ ਸੁਣਮਿਆ। ਤੇ ਪਰਮੇਸ਼ਵਰ ਨੇ ਕਿਹਾ ਆ ਕਹਿੰਦਾ ਤੇਰੇ ਉੱਪਰ ਮੈਂ ਆਪਣਾ ਆਪ ਪ੍ਰਗਟ ਕਰਾਂਗਾ ਸੁਣੋ। ਇਹ ਨਾ ਸੋਚੋ ਪਰਮੇਸ਼ਵਰ ਠੀਕ ਹੈ ਤੁਹਾਨੂੰ ਦੁਨੀਆ ਕੀ ਕਹਿੰਦੀ ਕੀ ਨਹੀਂ ਕਹਿੰਦੀ। ਪਰਮੇਸ਼ਵਰ ਕਹਿੰਦਾ ਆ ਤੁਸੀਂ ਵੀ ਪਹਿਲਾਂ ਮੈਨੂੰ ਕਹਿੰਦੀ, ਪਰ ਤੁਹਾਨੂੰ ਮੈਂ ਚੁਣਿਆ ਆਪਣੇ ਕੰਮਾਂ ਵਾਸਤੇ। ਜਾਓ ਪਰਮੇਸ਼ਵਰ ਦਾ ਕੰਮ ਕਰੋ, ਜਾ ਕੇ ਸਭ ਜਾਤੀ ਪਰਮੇਸ਼ਵਰ ਚੇਲੇ ਬਣਾਓ, ਪਰ ਇਹ ਨਾ ਡਰੋ ਦੁਨੀਆ ਨੂੰ ਕੀ ਕਹਿੰਦੀ ਕੀ ਨਹੀਂ। ਇੱਕ ਪਰਮੇਸ਼ਵਰ ਮੁਰੇ ਇੱਕ ਜ਼ੀਰੋ ਕਰ ਦੋ ਪਰਮੇਸ਼ਵਰ ਮੁਰੇ ਨੂੰ, ਪ੍ਰਭੂ ਠੀਕ ਹੈ ਜੋ ਕੁਛ ਵੀ ਤੂੰ ਸਾਡੇ ਚ ਕੰਮ ਕਰ ਤੇ ਅਧੀਨ ਹੋਣੇ ਸਭ ਤੇਰੇ ਮੁਰੇ ਸੁਣਨਾ। ਅੱਗੇ ਬਚਨ ਪੜਾਂਗੇ ਆਪਾਂ ਯਾਕੂਬ ਦੀ ਪੁਸਤਕ 4 ਚੈਪਟਰ 6 ਤੋਂ ਲੈ ਕੇ 10 ਤੱਕ। ਹਾਂਜੀ
ਪਾਸਟਰ ਜੀ ਆਵਾਜ਼ ਨਹੀਂ ਆ ਰਹੀ। ਯਾਕੂਬ ਦੀ ਪੁਸਤਕ ਹਾਂਜੀ 4 ਚੈਪਟਰ 6 ਓਕੇ ਤੋਂ ਲੈ ਕੇ 10 ਤੱਕ। ਓਕੇ ਯਾਕੂਬ ਦੀ ਪੁਸਤਕ ਹਾਂਜੀ 4 ਦੀ 6 ਤੋਂ ਲੈ ਕੇ 10 ਤੱਕ। ਹਾਂਜੀ 6 ਵਿੱਚ ਲਿਖਿਆ ਹੋਇਆ ਆ ਯਾਕੂਬ 4 ਦੀ 6 ਦੇ ਵਿੱਚ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਉਹ ਕਹਿੰਦਾ ਹੈ ਬਈ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ਵਰ ਦੇ ਨੇੜੇ ਜਾਓ, ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਦੋਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ, ਸੋਗ ਕਰੋ, ਰੋਵੋ। ਤੁਹਾਡਾ ਹਾਸਾ ਸੋਗ ਵਿੱਚ, ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇਗਾ। ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਦੇਖੋ ਇੱਥੇ ਪਰਮੇਸ਼ਵਰ ਕੀ ਲੈ, ਇਹਦਾ ਹੈਂਟ ਕੀ ਹੈ? ਕਹਿੰਦਾ ਪਰਮੇਸ਼ਵਰ ਦੇ ਨੇੜੇ ਜਾਓ। ਉਸਨੂੰ ਮੈਂ ਪਰਮੇਸ਼ਵਰ ਦੇ ਨੇੜੇ ਜਾਓ। ਇਨਸਾਨ ਨੇੜੇ ਕਿੱਦਾਂ ਜਾਂਦਾ ਆ? ਅਸੀਂ ਇਹ ਨਹੀਂ ਕਹਿੰਦੇ। ਪਰਮੇਸ਼ਵਰ ਕਹਿੰਦਾ ਆ ਜਿਹਦੇ ਵਿੱਚ ਠੀਕ ਆ ਮੇਰੇ ਹੁਕਮ ਨਹੀਂ ਗੇ, ਜਿਹਦੇ ਵਿੱਚ ਆਤਮਾ ਦੇ ਫਲ ਨਹੀਂ, ਠੀਕ ਹੈ, ਪਰਮੇਸ਼ਵਰ ਕਹਿੰਦਾ ਉਹ ਮੇਰਾ ਨਹੀਂ ਹੈਗਾ। ਕਰਕੇ ਅਸੀਂ ਮਸੀਹ ਸਾਬਤ ਕਰਨ ਵਾਸਤੇ, ਮਸੀਹ ਦੇ ਇੱਕ ਵਿੱਚ ਜਾਣ ਵਾਸਤੇ ਸਾਡੇ ਵਿੱਚ ਕੀ ਹੋਣਾ ਜ਼ਰੂਰੀ ਹੈ? ਪਰਮੇਸ਼ਵਰ ਦੇ ਕੰਮ ਹੋਣੇ ਜ਼ਰੂਰੀ ਸਾਡੇ ਸਾਹਮਣੇ। ਸਾਡੀ ਬੋਲ ਬਾਣੀ, ਸਾਡਾ ਉੱਠਣਾ ਬੈਠਣਾ, ਸਾਡਾ ਚਾਲ ਚੱਲਣ ਕਿਹਲੇ ਹੋਵੇ? ਪਰਮੇਸ਼ਵਰ ਦੀ ਮਹਿਮਾ ਵਾਸਤੇ ਹੋਵੇ। ਜਦੋਂ ਅਲੀਸ਼ਾ ਤੁਰਿਆ ਜਾਂਦਾ ਸੀ, ਅਲੀਸ਼ਾ ਜਦੋਂ ਰਾਹ 'ਚ ਤੁਰਿਆ ਜਾਂਦਾ ਸੀ, ਉਹਨੇ ਮੰਨੀ ਪ੍ਰਵੰਨੀ ਔਰਤ ਨੇ ਕਿਹਾ ਆਪਣੇ ਪਤੀ ਨੂੰ, ਕਹਿੰਦੀ ਮੈਨੂੰ ਰੱਬ ਦਾ ਸੱਚਾ ਜਨ ਜਾਪਦਾ। ਕਹਿੰਦੀ ਇਹ ਮੈਨੂੰ, ਕਹਿੰਦੀ ਰੱਬ ਦਾ ਸੱਚਾ ਸੇਵਕ ਮੈਨੂੰ ਜਾਪਦਾ ਆ, ਜੋ ਇੱਕ ਚਾਲ ਇਹਦੀ ਰੱਬ ਦੇ ਸੇਵਕਾਂ ਵਰਗੀ, ਇਹਦੀ ਬੋਲ ਚਾਲ ਰੱਬ ਦੇ ਸੇਵਕਾਂ ਵਰਗੀ, ਠੀਕ ਆ, ਪਰ ਰੱਬ ਦਾ ਸੇਵਕ ਜਾਪਦਾ। ਕਿਉਂ ਨਾ ਆਪਾਂ ਇਹਦੇ ਲਈ ਇੱਕ ਪਰਚਵਾਰਾ ਬਣਾਈਏ। ਪਹਿਲਾਂ ਕੀ ਦੇਖਿਆ ਆ? ਉਹਨੇ ਚਾਲ ਚੱਲਣ ਦੇਖਿਆ। ਉਹਦਾ ਸੁਣਿਆ ਤੁਹਾਡੀ ਗੱਲ ਤੇ, ਤੁਹਾਡੀ ਜ਼ੁਬਾਨ ਤੇ ਲੋਕੀ ਬਾਅਦ ਚ ਵਿਸ਼ਵਾਸ ਕਰਦੇ, ਪਹਿਲਾਂ ਤੁਹਾਡਾ ਕੀ ਦਿਖਦੇ ਆ? ਤੁਹਾਡਾ ਰਿਕਾਰਡ ਦਿਖਦੇ। ਤੁਸੀਂ ਕਿੱਥੋਂ ਆ, ਤੁਸੀਂ ਤੁਹਾਡੇ ਕੰਮ ਕੀ ਆ, ਤੁਹਾਡੀ ਬੋਲ ਚਾਲ ਕਿਹੋ ਜਿਹੀ, ਤੁਹਾਡੇ ਪਹਿਲਾਂ ਉਹ ਪਰਮੇਸ਼ਰ ਇਨਸਾਨ ਨੋਟ ਕਰਦਾ। ਸੁਣਿਆ ਇਸੇ ਤਰ੍ਹਾਂ ਲਿਖਦਾ ਇਹਦੇ ਵਿੱਚ, ਕਹਿੰਦਾ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਕਹਿੰਦਾ ਹੈ ਭਾਈ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਦਇਆ ਕਰਦਾ। ਸੁਣਿਆ ਹਲੀਮ ਇਨਸਾਨ ਕਿਹੜਾ ਹੁੰਦਾ ਆ? ਜੇ ਕਿਸੇ ਨੇ 4 ਗੱਲਾਂ ਕਹਿਤੀਆਂ, ਕੋਈ ਨਹੀਂ, ਪਰਮੇਸ਼ਵਰ ਨੂੰ ਮਾਫ ਕਰ। ਸੁਣਿਆ ਪਰਮੇਸ਼ਵਰ ਤੇ ਦਇਆ ਕਰ। ਸੁਣਿਆ ਉਹਦੇ ਉੱਪਰ ਪਰਮੇਸ਼ਵਰ ਦਇਆ ਕਰਦਾ। ਤੇ ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਕਹਿੰਦਾ ਹੇ ਅਬਰਾਹਮ, ਜਿਉਂ ਤੂੰ ਬਰਕਤ ਦਊਂਗਾ ਉਹਨੂੰ ਬਰਕਤ ਦਊਂਗਾ, ਸ਼ਰਾਪ ਦਊਂਗਾ ਸ਼ਰਾਪ ਦਊਂਗਾ। ਉਸਨੂੰ ਪਰ ਇਹ ਦੇਖੋ, ਤੁਹਾਨੂੰ ਕੋਈ ਬੁਰਾ ਭਲਾ ਕਹਿੰਦਾ ਪਰ ਉਹਦੀ ਜ਼ੁਬਾਨ ਨੇ ਕੰਮ ਨਹੀਂ ਕਰਨਾ, ਪਰ ਤੁਹਾਡੀ ਜ਼ੁਬਾਨ ਨੇ ਕੰਮ ਕਰ ਜਾਣਾ। ਸੁਣਿਆ ਹੁਣ ਦੇਖੋ, ਜਿਹੜੇ ਪਰਮੇਸ਼ਵਰ, ਹੁਣ ਮੈਨੂੰ ਪਤਾ ਆ ਮੈਂ ਪਰਮੇਸ਼ਵਰ ਦੇ ਵਿੱਚ, ਜਿਹੜੀ ਚਾਹੇ ਕੋਈ ਵੀ ਇਨਸਾਨ ਪਰਮੇਸ਼ਵਰ ਸੇਵਾ ਕਰਦਾ, ਕੋਈ ਪਰਮੇਸ਼ਵਰ ਸੇਵਕ ਆ ਤੇ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਦਾ, ਉਹਨੂੰ ਪਤਾ ਵੀ ਮੇਰੀ ਪ੍ਰਾਰਥਨਾ ਪਰਮੇਸ਼ਵਰ ਸੁਣਦਾ। ਸੁਣਿਆ ਜੋ ਤੁਸੀਂ ਕਿਸੇ ਲਈ ਪਰਮੇਸ਼ਵਰ ਅੱਗੇ ਬੇਨਤੀ ਕਰਦੇ, ਪਰਮੇਸ਼ਵਰ ਉਹਦਾ ਉੱਤਰ ਦਿੰਦਾ ਆ। ਤੁਸੀਂ ਕਿਸੇ ਲਈ ਬੁਰਾ ਸੋਚਦੇ ਆ, ਪਰਮੇਸ਼ਵਰ ਉਹਦਾ ਵੀ ਉੱਤਰ ਤੁਹਾਨੂੰ ਦਊਗਾ। ਸੁਣਿਆ ਤਦੇ ਪਰਮੇਸ਼ਵਰ ਨੇ ਕਿਹਾ, ਕਹਿੰਦਾ ਆਪਣੇ ਜ਼ੁਬਾਨ ਨੂੰ ਸੁਧਾਰ ਕਰਕੇ ਤੇਰੀ ਮੂੰਹ ਚ ਮੌਤ ਤੇ ਮੂੰਹ ਚ ਜੀਵਨ। ਸੁਣਿਆ ਇਹਨੂੰ ਬਸ ਚ ਲੈਣਾ ਸਿੱਖ ਜ਼ੁਬਾਨ ਨੂੰ। ਹਲੀਮ ਤਾਂ ਇਨਸਾਨ ਇਹ ਨਹੀਂ ਕਹਿੰਦਾ ਵੀ ਹਾਂ ਬੇਟੀ ਠੀਕ ਹੈ ਮੈਂ ਲੰਮੇ ਪੈ ਕੇ ਪ੍ਰਾਰਥਨਾ ਕਰਦਾ ਆ, ਮੈਂ ਆਹ ਕਰਦਾ, ਮੈਂ ਨੰਗੇ ਪੈਰੀ ਜਾਣਾ, ਮੈਂ ਬੋਹ ਕਰਨ। ਨਹੀਂ, ਪਰਮੇਸ਼ਵਰ ਕਹਿੰਦਾ ਆ ਹਲੀਮ ਤਾਂ ਕਦੋਂ ਪੈਂਦੀ ਹੁੰਦੀ ਆ? ਜਦੋਂ ਆਪਣੇ ਭਰਾ ਨਾਲ ਭਰਾ ਪਿਆਰ ਕਰਨ ਲੱਗ ਪੈਂਦਾ। ਸੁਣਿਆ ਆਪਣੇ ਗੁਆਂਢੀ ਨਾਲ ਪਿਆਰ ਕਰਨ ਲੱਗ ਪੈਂਦਾ। ਸੁਣਿਆ ਸਭ ਕੁਛ ਛੱਡ ਕੇ। ਸੁਣਿਆ ਪ੍ਰਭੂ ਨੇ ਇੱਕ ਤਦੇ ਪਰਮੇਸ਼ਵਰ ਨੇ ਕਰੂਸ ਤੇ ਚੜ੍ਹਨ ਲੱਗੇ ਨੇ ਕਿਹਾ, ਪਰਮੇਸ਼ਵਰ ਕਹਿੰਦਾ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਤਾਂ ਕਿ ਨਹੀਂ ਜਾਣਦੇ ਪਰਮੇਸ਼ਵਰ ਕੀ ਕਰ ਰਹੇ ਨੇ। ਜਦੋਂ ਪ੍ਰਭੂ ਨੇ ਇਹ ਵਚਨ ਬੋਲਿਆ, ਪਰਮੇਸ਼ਵਰ ਕਹਿੰਦਾ ਮੈਂ ਵੀ ਤੇਰੇ ਨਾਲ ਵਾਅਦਾ ਕਰਦਾ ਹਾਂ, ਹਰ ਇੱਕ ਗੋਡਾ ਤੇਰੇ ਅੱਗੇ ਨਿਭਾਇਆ ਜਾਵੇਗਾ ਤਾਂ ਹੋਵੇਗਾ। ਅਸੀਂ ਚਾਹੁੰਦੇ ਪਰਮੇਸ਼ਵਰ ਸਾਡੇ ਪਰਮੇਸ਼ਵਰ ਆਪਣਾ ਪ੍ਰਗਟ ਕਰੇ। ਪਰਮੇਸ਼ਵਰ ਪ੍ਰਗਟ ਕਰਨਾ ਚਾਹੁੰਦੇ, ਪਰ ਸਾਨੂੰ ਕੀ ਕਰਨਾ ਪੈਣਾ ਆ? ਆਪਣੇ ਆਪ ਨੂੰ ਚੇਂਜ ਕਰਨਾ ਪੈਣਾ, ਆਪਣੇ ਆਪਣੀ ਸੋਚ ਨੂੰ ਬਦਲਣਾ ਪੈਣਾ। ਅੱਗੇ ਕੀ ਲਿਖਦਾ ਹੈ? ਪਰਮੇਸ਼ਵਰ ਕਹਿੰਦਾ ਉਪਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਤਾਂ ਪਰ ਸ਼ੈਤਾਨ ਤੁਹਾਡੇ ਸਾਹਮਣੇ ਭੱਜ ਜਾਵੇਗਾ। ਕਈਆਂ ਦੀ ਮੁਸੀਬਤਾਂ, ਕਈਆਂ ਦੀ ਮੁਸ਼ਕਿਲ, ਕਈਆਂ ਦੇ ਸੰਕਟ ਹਜੇ ਤੱਕ ਤਾਂ ਬਣੇ ਹੋ ਆ ਕਰਕੇ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੇ, ਬਰਕਤ ਚਾਹੁੰਦੇ। ਸੁਣਿਆ
ਕਈਆਂ ਦੀ ਆਦਤ ਹੁੰਦੀ ਹੈ ਨਾ ਬੋਲੀ ਜਾਣਾ, ਠੀਕ ਹੈ ਵੀ ਆਪਣਾ ਭਾਂਡਾ ਸਾਫ਼ ਨਹੀਂ ਕਰਨਾ ਸੁਣਮੇ ਹੋ, ਦੂਜੇ ਨੂੰ ਲਾਂਭਾ ਦੇਈ ਜਾਣਾ ਵੀ ਹਾਂ ਵੀ ਕਿੱਦਾਂ ਕਿੱਦਾਂ ਸੁਣਮੇ ਹੋ। ਤਦੇ ਉਹਨੇ ਕਿਹਾ ਕਹਿੰਦਾ ਹੇ ਫਰੀਸਿਓ ਤੁਸੀਂ ਕਹਿੰਦਾ ਇਨਸਾਨ ਦਾ ਠੀਕ ਆ ਬਾਹਰਲਾ ਰੂਪ ਦੇਖਦੇ, ਪਰਮੇਸ਼ਵਰ ਕਹਿੰਦਾ ਮੈਂ ਅੰਦਰੋਂ ਦਿਖਦਾ ਇਨਸਾਨ ਉਸ ਨੂੰ। ਮੈਂ ਤੁਸੀਂ ਕਿਸੇ ਨੂੰ ਬਦਲਣਾ ਚਾਹੁੰਦੇ ਆ, ਠੀਕ ਆ, ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ। ਸਾਨੂੰ ਗੁੱਸਾ ਛੱਡਣਾ ਪੈਣਾ, ਨਫ਼ਰਤ ਛੱਡਣੀ ਪੈਣੀ ਆ। ਪਰ ਏਦਾਂ ਯਕਦਮ ਕੁਛ ਨਹੀਂ ਹੁੰਦਾ, ਪਰ ਹੌਲੀ ਹੌਲੀ ਕੋਸ਼ਿਸ਼ ਕਰੋ, ਸਭ ਕੁਛ ਹੋ ਜਾਂਦਾ। ਸੁਣੋ, ਮੈਂ ਇੱਕ ਇਨਸਾਨ ਜਦੋਂ ਕਹਿੰਦਾ ਹੈ ਠੀਕ ਹੈ ਮੈਂ ਉਹ ਕੰਟਰੀ ਚੱਲਾ, ਮੈਨੂੰ ਉਹਦੀ ਭਾਸ਼ਾ ਨਹੀਂ ਆਉਂਦੀ, ਪਰ ਸੋਚ ਕੇ ਦੇਖੋ ਹੌਲੀ ਹੌਲੀ ਭਾਸ਼ਾ ਆਉਣ ਲੱਗ ਪੈਂਦੀ। ਉਸ ਕੰਟਰੀ ਦੇ ਸਭ ਰੂਲ ਕੁਝ ਉਹਨੂੰ ਪਤਾ ਲੱਗਦਾ ਰੂਲ ਕੰਟਰੀ ਦਾ ਕੀ ਇਸਨੂੰ। ਤੁਸੀਂ ਕੰਟਰੀ ਲਈ ਆਪਣੇ ਸਵਾਸਥ ਵਾਸਤੇ ਤੁਸੀਂ ਇੱਕ ਠੀਕ ਹੈ ਇੱਕ ਜੌਬ ਕਰਨ ਵਾਸਤੇ ਸਭ ਕੁਛ ਆਪਣੇ ਨੂੰ ਚੇਂਜ ਕਰ ਰਹੇ ਆ, ਪਰ ਪਰਮੇਸ਼ਰ ਸਵਰਗ ਰਾਜ ਵਾਸਤੇ ਤੁਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰ ਰਹੇ। ਕਦੇ ਪਰਮੇਸ਼ਵਰ ਨੇ ਕਿਹਾ ਆ, ਕਹਿੰਦਾ ਮੇਰਾ ਰਸਤਾ ਭੀੜਾ ਹੈ। ਸੁਣੋ, ਮੈਂ ਜਿਹੜਾ ਸਵਰਗ ਨੂੰ ਜਾਂਦਾ ਰਸਤਾ ਭੀੜਾ ਕਿਉਂ ਕਿਹਾ? ਠੀਕ ਆ, ਇਹ ਚ ਠੀਕ ਆ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ। ਸੁਣੋ, ਦੁਨੀਆ ਅੱਜ ਕੱਲ ਪਤਾ ਕੀ ਆ, ਦੁਨੀਆ ਠੀਕ ਆ ਇੱਕ ਪੈਸੇ ਨਾਲ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੁੰਦੀ, ਪਰ ਟਾਈਮ ਨਹੀਂ ਦੇਣਾ ਚਾਹੁੰਦੀ ਆਪਣਾ। ਪਰਮੇਸ਼ਵਰ ਕਹਿੰਦਾ ਆ ਮੈਂ ਤੇਰਾ ਟਾਈਮ ਮੰਗਦਾ, ਮੈਂ ਤੈਨੂੰ ਤੇਰੇ ਕੋਲੋਂ ਮੰਗਦਾ। ਸੁਣੋ, ਮੈਂ ਤੇਰੀ ਭੇਟਾ ਨਹੀਂ ਪਰਮੇਸ਼ਰ ਕਹਿੰਦਾ ਮੰਗਦਾ। ਸੁਣੋ, ਮੈਂ ਹਲੀਮ ਕਦੇ ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਕਹਿੰਦਾ ਆ ਸ਼ੈਤਾਨ ਦਾ ਡਟ ਕੇ ਮੁਕਾਬਲੋ, ਸ਼ੈਤਾਨ ਤੁਹਾਡੇ ਕੋਲੋਂ ਭੱਜਦਾ ਕਦੋਂ? ਠੀਕ ਹੈ ਜਦੋਂ ਟਾਈਮ ਪਰਮੇਸ਼ਰ ਦੇਣ ਲੱਗ ਪੈਂਦੇ। ਜਿਹੜਾ ਟਾਈਮ ਇਨਸਾਨ ਆਪਣੇ ਦੂਜੇ ਕੰਮਾਂ ਨੂੰ ਦਿੰਦਾ, ਉਹ ਪਰਮੇਸ਼ਰ ਦੇ ਕੰਮਾਂ ਨੂੰ ਟਾਈਮ ਦੇਣ ਲੱਗ ਪੈਂਦਾ, ਹੌਲੀ 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 ਦੇ ਘਰ ਸਰਕਲ ਚੰਗਾ ਹੁੰਦਾ ਜਾਂਦਾ। ਅੱਗੇ ਕੀ ਲਿਖਦਾ ਹੈ, ਕਹਿੰਦਾ ਪਰਮੇਸ਼ਵਰ ਦੇ ਨੇੜੇ ਜਾਓ ਤਾਂ ਤੁਹਾਡੇ ਨੇੜੇ ਆਵੇਗਾ। ਇਹ ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ ਦੋ ਚਿੱਤੇ ਹੋ ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਏਦਾਂ ਜਦੋਂ ਪਰਮੇਸ਼ਰ ਦੀ ਪ੍ਰਾਰਥਨਾ ਕਰਨ ਲੱਗ ਆਪਾਂ ਨੇ, ਕਿਸੇ ਲਈ ਆਪਾਂ ਦੁਆ ਪ੍ਰਾਰਥਨਾ ਕਰਦੇ ਹਾਂ, ਸਾਡੀ ਪਰਮੇਸ਼ਰ ਪ੍ਰਾਰਥਨਾ ਸੁਣਦਾ, ਉਹਨੂੰ ਉੱਤਰ ਦਿੰਦਾ ਆ। ਪਰ ਸਾਡੇ ਅੰਦਰ ਵੀ ਇੱਕ ਉਤਸ਼ਾਹ ਆਉਂਦਾ, ਪਰਮੇਸ਼ਰ ਸਾਡੀ ਸੁਣਦਾ। ਸੁਣੋ, ਜਿਹੜਾ ਇਨਸਾਨ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਆ, ਕਿਸੇ ਟੈਸਟਮਨੀ ਕਿਸੇ ਦੀ ਗਵਾਹੀ ਬਣਦੀ, ਪਰ ਉਦੋਂ ਉਤਸ਼ਾਹ ਆਉਂਦਾ ਆ ਕਿ ਬਾਕੀ ਪਰਮੇਸ਼ਰ ਮੇਰੀ ਸੁਣਦਾ ਆ, ਮੈਂ ਹੌਲੀ ਹੌਲੀ ਆਪਣੇ ਗਲਤ ਕੰਮ ਛੱਡ ਕੇ ਹੋਰ ਅੱਗੇ ਵਧਾ। ਸੁਣੋ, ਪਰ ਕਦੋਂ ਵੱਧਦਾ ਆ? ਜਦੋਂ ਅਧੀਨ ਹੋ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ। ਬਾਈਬਲ ਲਿਖੀ ਹੈ ਪਰਮੇਸ਼ਰ ਕਹਿੰਦਾ ਜੇ ਮੇਰੀ ਪ੍ਰਜਾ ਮੇਰੇ ਅੱਗੇ ਅਧੀਨ ਹੋ ਕੇ ਪ੍ਰਾਰਥਨਾ ਕਰੇ, ਮੈਂ ਸਵਰਗ ਚ ਬੈਠਾ ਉਹਨਾਂ ਦੇ ਪਾਪ ਮਾਫ ਕਰਾਂਗਾ। ਪਰਮੇਸ਼ਰ ਕਹਿੰਦਾ ਸੁਣੋ, ਅਧੀਨ ਹੋ ਕੇ ਪ੍ਰਾਰਥਨਾ ਕਰੇ। ਸੁਣੋ, ਮੈਂ ਲੈਸਟ ਰੱਖ ਕੇ ਪ੍ਰਾਰਥਨਾ ਕਰੇ, ਪਰਮੇਸ਼ਰ ਮੇਰਾ ਆਹ ਕਰ, ਮੇਰਾ ਉਹ ਕਰ। ਪਰਮੇਸ਼ਰ ਕਹਿੰਦਾ ਆ ਜਿਹੜਾ ਦੂਜਿਆਂ ਲਈ ਪ੍ਰਾਰਥਨਾ ਕਰਦਾ ਉਹ ਪਾਵਰਫੁਲ ਬਣਦਾ। ਸੁਣੋ, ਹਮੇਸ਼ਾ ਦੂਜਿਆਂ ਦਾ ਬੋਝ ਚੱਕਣਾ ਪਸੰਦ ਕਰੋ। ਸੁਣੋ, ਮੈਂ ਉਹ ਟੈਸਟ ਮਨੀ ਕੋ ਠੀਕ ਹੈ, ਕਿਸੇ ਕੋਈ ਦੂਜਾ ਠੀਕ ਹੈ, ਕਿਸੇ ਦੀ ਪ੍ਰੇਰਕ ਰਿਕੁਐਸਟ ਆਉਂਦੀ ਆ, ਠੀਕ ਹੈ, ਕਿਸੇ ਦਾ ਕੋਈ ਤੁਹਾਨੂੰ ਮੈਸੇਜ ਆਉਂਦਾ ਆ, ਉਹਨੂੰ ਇੱਕ ਸੀਰੀਅਸ ਲਓ। ਸੁਣੋ, ਮੈਂ ਇਹ ਪਰਮੇਸ਼ਵਰ ਮੇਰੀ ਗਵਾਹੀ ਇਹਦੇ ਵਿੱਚ। ਸੁਣੋ, ਮੈਂ ਪਰਮੇਸ਼ਰ ਮੇਰੀ ਬਰਕਤ ਇਸ ਗਵਾਹੀ ਦੇ ਵਿੱਚ। ਸੁਣੋ, ਮੈਂ ਹੁਣ ਜੇ ਟੂਟੀ ਵਿੱਚੋਂ ਆਪਾਂ ਪੈਪ ਲਾਉਣੇ, ਟੂਟੀ ਨੂੰ ਪੈਪ ਲਾਉਣੇ ਆ, ਕੱਲਾ ਪੈਪ ਨਹੀਂ ਸਾਫ਼, ਕੱਲਾ ਪਾਣੀ ਨਹੀਂ ਬਾਹਰ ਆਉਂਦਾ। ਸੁਣੋ, ਪਹਿਲਾਂ ਪੈਪ ਦੀ ਸਫਾਈ ਹੁੰਦੀ। ਸੁਣੋ, ਮੈਂ ਉਹ ਪੈਪ ਤੁਸੀਂ ਆ। ਸੁਣੋ, ਮੈਂ ਉਹ ਤੁਹਾਡੀ ਬੋਡੀ ਤੁਹਾਡੀ ਪੈਪ ਆ, ਤੁਹਾਡੀਆਂ ਅੱਖਾਂ ਤੁਹਾਡੀ ਪੈਪ ਆ, ਤੁਹਾਡਾ ਹਾਰਟ ਤੁਹਾਡਾ ਦਿਲ ਆ, ਉਹ ਇੱਕ ਪੈਪ ਆ। ਜਦੋਂ ਤੁਹਾਡੇ ਦਿਲ ਚ ਪਰਮੇਸ਼ਰ ਅੱਗੇ ਦੁਆ ਜਾਣੀ, ਬੇਨਤੀ ਜਾਣੀ ਆ, ਤੁਸੀਂ ਰੋ ਰੋ ਕਿਸੇ ਲਈ ਪ੍ਰਾਰਥਨਾ ਕਰਨੀ ਆ, ਪਰ ਮੇਰਾ 100% ਵਿਸ਼ਵਾਸ ਤੁਹਾਨੂੰ ਪਰਮੇਸ਼ਰ ਪਹਿਲਾਂ ਤੁਹਾਨੂੰ ਪਹਿਲਾਂ ਸਾਫ਼ ਕਰੇਗਾ, ਦੂਜੇ ਨੂੰ ਬਰਕਤ ਬਾਅਦ ਚ ਦਊਗਾ। ਇਸੇ ਕਰਕੇ ਪਰਮੇਸ਼ਰ ਅੱਗੇ ਅਧੀਨ ਹੋ ਕੇ ਰੂਹ ਸੱਚਾਈ ਨਾਲ ਪਰਮੇਸ਼ਰ ਸੇਵਾ ਕਰੋ, ਪ੍ਰਾਰਥਨਾ ਕਰੋ। ਸੁਣੋ, ਬਾਈਬਲ ਦੇ ਪਰਮੇਸ਼ਵਰ ਕਹਿੰਦਾ ਆ ਮੈਂ ਸੱਚੇ ਭਗਤ ਨੂੰ ਅੱਜ ਵੀ ਲੱਭਦਾ। ਸੁਣੋ, ਅੱਗੇ ਉਹਨੇ 9 ਚ ਕੀ ਲਿਖਿਆ, ਕਹਿੰਦਾ ਦੁਖੀ ਹੋਵੋ ਸੋ ਕਰੋ ਅਤੇ ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ। ਕਿਉਂ ਬਦਲ ਜਾਵੇ? ਪਰਮੇਸ਼ਵਰ ਕਹਿੰਦਾ ਆ ਤੁਸੀਂ ਇਹ ਸੋਚੋ ਵੀ ਭਿਆਨਕ ਇੱਕ ਠੀਕ ਹੈ ਪਰਮੇਸ਼ਵਰ ਸਵਰਗ ਦਾ ਮਾਲਕ ਠੀਕ ਹੈ ਸਾਨੂੰ ਇੱਕ ਆਪਣੇ ਵਿੱਚੋਂ ਬੁਲਾ ਰਿਹਾ ਸੀਗਾ। ਅਸੀਂ ਫੇਰ ਵੀ ਪਰਮੇਸ਼ਰ ਕਹਿੰਦਾ ਕਿਹੜੇ ਕੰਮਾਂ ਚ ਪਾਪ ਨੂੰ ਛੱਡ ਕੇ ਸੋਗ ਨੂੰ ਠੀਕ ਕਰਕੇ ਇੱਕ ਤੁਸੀਂ ਪਰਮੇਸ਼ਵਰ ਦੇ ਅਧੀਨ ਹੋ ਜਾਓ। ਸੁਣੋ, ਮੈਂ ਆਉਣ ਵਾਲੀ ਤਬਾਹੀ ਚੋਂ ਡਰੋ। ਸੁਣੋ, ਮੈਂ ਬਾਈਬਲ ਦੱਸਦੀ ਪਰਮੇਸ਼ਵਰ ਕਹਿੰਦਾ ਇੱਕ ਜਿਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਪੈਣਾ ਬਹੁਤ ਵੱਡੀ ਭਿਆਨਕ ਗੱਲ। ਸੁਣੋ, ਜਿਹਨੇ ਪਰਮੇਸ਼ਵਰ ਨੇ ਅਸਮਾਨ ਤੋਂ ਅੱਗ ਉਤਾਰੀ ਆ, ਜਿਹਨੇ ਪਰਮੇਸ਼ਵਰ ਨੇ ਇਸਰਾਏਲੀ ਨੂੰ ਛੁਡਾਇਆ, ਸਮੁੰਦਰ 2 ਫੜ ਕੀਤੇ, ਉਹ ਕਿਹੋ ਜਿਹਾ ਪਰਮੇਸ਼ਵਰ ਹੋਵੇਗਾ? ਡਰੋ ਸੋ ਕਰੋ। ਸੁਣਿਆ ਆਪਣੇ ਆਪ ਨੂੰ ਇੱਕ ਪਿੱਟੋ, ਇੱਕ ਪਰਮੇਸ਼ਰ ਕਹਿੰਦਾ ਸਰੀਰ ਨੂੰ ਸਾਂਭੋ। ਜਿੱਦਾਂ ਸੰਤ ਪੌਲਸ ਕਹਿੰਦੇ ਪਰਮੇਸ਼ਵਰ ਕਹਿੰਦਾ ਸੰਤ ਪੌਲਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਕੁੱਟਦਾ ਆ, ਮਾਰਦਾ, ਕਾਹਲੇ ਮਾਰਦਾ ਆ, ਸਰੀਰ ਮੇਰੇ ਬਸ ਚ ਰਹੇ। 10 ਚ ਕੀ ਲਿਖਦਾ ਹੈ? ਕਹਿੰਦਾ ਪਰਮੇਸ਼ਵਰ ਅੱਗੇ ਨੀਵੇਂ ਹੋਵੋ, ਨੀਵੇਂ ਬਣੋ ਤਾਂ ਉਹ ਤੁਹਾਨੂੰ ਬਿਲੀ ਸਿਰ ਉੱਚਾ ਕਰੇਗਾ। ਸੁਣਿਆ ਇਨਸਾਨ ਪਰਮੇਸ਼ਰ ਕਦੋਂ ਉੱਚਾ ਕਰਦਾ ਆ?
ਜਦੋਂ ਪਰਮੇਸ਼ਰ ਦੀ ਰੂਹ ਸੱਚਾਈ ਨਾਲ ਸੇਵਾ ਕਰਦੇ, ਪ੍ਰਾਰਥਨਾ ਆਰਾਧਨਾ ਕਰਦੇ ਹਾਂ, ਪਰ ਹੌਲੀ ਹੌਲੀ ਪਰਮੇਸ਼ਰ ਆਪਣਾ ਆਪ ਸਾਡੇ ਤੇ ਪ੍ਰਗਟ ਕਰਨ ਲੱਗ ਪੈਂਦਾ ਆ। ਆਪਣਾ ਪਵਿੱਤਰ ਆਤਮਾ ਭੇਜ ਕੇ ਸਾਨੂੰ ਪਰਮੇਸ਼ਰ ਸਿਖਾਲਦਾ ਹੈ, ਸਾਨੂੰ ਪਰਮੇਸ਼ਰ ਆਜ਼ਾਦ ਕਰਦਾ ਆ, ਸਾਡੇ ਦੁਆਰਾ ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ ਆ। ਜਦੋਂ ਕੰਮ ਕਰਦਾ ਆ, ਪਰਮੇਸ਼ਵਰ ਦੀ ਮਹਿਮਾ ਹੁੰਦੀ ਆ ਤੇ ਲੋਕੀ ਸਾਨੂੰ ਵੀ ਕਹਿੰਦੇ ਤੁਹਾਡੀ ਫੈਮਿਲੀ ਮੁਬਾਰਕ, ਤੁਹਾਡਾ ਘਰਾਣਾ ਬਲਿਸ ਹੋਵੇ, ਤੁਹਾਡੇ ਹੋਰ ਹੀ ਪਰਮੇਸ਼ਰ ਤੁਹਾਡੇ ਦੁਆਰਾ ਪਰਮੇਸ਼ਰ ਵੱਡੇ ਵੱਡੇ ਕੰਮ ਕਰੇ ਹੁੰਦੇ। ਕਦੋਂ ਹੁੰਦੇ ਆ? ਜੋ ਰੂਹ ਸੱਚਾਈ ਨਾਲ ਨੀਵੇਂ ਹੋ ਕੇ ਪਰਮੇਸ਼ਰ ਕੇ ਪ੍ਰਾਰਥਨਾ ਕਰ। ਅੱਗੇ ਆਪਾਂ ਪੜਾਂਗੇ ਪਹਿਲਾ ਪਤਰਸ ਉਹਦੀ 5 ਐਤ, 5 ਚੈਪਟਰ ਉਹਦੀ 5 ਤੇ 6 ਐਤ। ਹਾਂਜੀ, ਪਹਿਲਾ ਪਤਰਸ 5 ਦੀ 5 ਤੇ 6 ਪਾਸਟਰ ਜੀ। ਹਾਂਜੀ 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 5 ਤੇ 6, 5 ਦੇ ਵਿੱਚ ਲਿਖਿਆ ਹੋਇਆ ਆ, ਇਸ ਤਰ੍ਹਾਂ ਹੇ ਜਵਾਨੋ ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸਭੇ ਇੱਕੋ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨੋ। ਇਸੇ ਲਈ ਜੋ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ, ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥਾਂ ਦੇ ਹੇਠਾਂ ਨੀਵਿਆਂ ਕਰੋ, ਬਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇਗਾ। ਆਮੀਨ। ਇਹ 7ਵੀਂ ਪੜ੍ਹਦੇ ਹੋ? ਹਾਂਜੀ ਹਾਂਜੀ 7 ਵਿੱਚ ਲਿਖਿਆ ਹੋਇਆ, ਆਪਣੀਆਂ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ, ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਆਮੀਨ। ਹਾਲੇਲੂਇਆ। ਇੱਥੇ ਪਰਮੇਸ਼ਵਰ ਕਿਵੇਂ ਕਹਿੰਦਾ ਹੇ ਇਨਸਾਨੋ, ਠੀਕ ਆ, ਹੇ ਮੇਰੇ ਪੁੱਤਰ, ਹੇ ਮੇਰੇ ਧੀਓ, ਤੁਸੀਂ ਪਰਮੇਸ਼ਵਰ ਪਰ ਵਿਸ਼ਵਾਸ ਰੱਖੋ, ਆਪਣੇ ਆਪ ਨੂੰ ਨੀਵਿਆਂ ਕਰੋ। ਨੀਵਿਆਂ ਕਰੋ ਕਿ ਪਰਮੇਸ਼ਵਰ ਤੂੰ ਸਭ ਕੁਛ ਕਰ ਸਕਦਾ। ਪਰਮੇਸ਼ਵਰ ਤੂੰ ਪਰਮੇਸ਼ਵਰ, ਠੀਕ ਆ, ਤੂੰ ਵੱਡੇ ਵੱਡੇ ਕੰਮ ਆਪਣੇ ਨਬੀਆਂ ਦੁਆਰਾ ਕੀਤੇ। ਪਰਮੇਸ਼ਵਰ ਤੂੰ ਅੱਜ ਵੀ ਕਰ ਰਿਹਾ। ਸੁਣਮਿਆ ਜੇ ਪਰਮੇਸ਼ਵਰ ਇੱਕ ਵਿਧਵਾ ਦਾ ਇੰਤਜ਼ਾਮ ਕਰ ਸਕਦਾ, ਤੁਹਾਡਾ ਪਰਮੇਸ਼ਰ ਅੱਜ ਵੀ ਤੁਹਾਡਾ ਪਰਮੇਸ਼ਰ ਇੰਤਜ਼ਾਮ ਕਰ ਸਕਦਾ ਆ। ਪਰ ਵਿਧਵਾ ਕੀ ਹੋਈ ਸੀ? ਉਹ ਏਲੀਆ ਮੁਰੇ ਕੀ ਹੋਈ? ਅਧੀਨ ਹੋਈ। ਸੁਣਮਿਆ ਤੇ ਕਹਿੰਦੀ ਹਾਂ, ਪਰ ਉਹਦੀ ਆਵਾਜ਼ ਨੂੰ ਸੁਣਿਆ। ਇਹ ਨਹੀਂ ਕਿਹਾ ਵੀ ਠੀਕ ਹੈ ਮੇਰੇ ਕੋਲ ਹੈ ਨਹੀਂ ਕੁਛ, ਚੱਲ ਜਾ ਬੋਲ ਕੇ। ਨਹੀਂ, ਕਹਿੰਦੀ ਪਰਮੇਸ਼ਵਰ ਦਾ ਜਾਣਿਆ, ਪਰਮੇਸ਼ਰ ਸੇਵਕ ਆ, ਉਹਦੀ ਇੱਜ਼ਤ ਕੀਤੀ ਪਰਮੇਸ਼ਵਰ ਨੇ, ਉਹਦੇ ਦੁਆਰਾ ਪਰਮੇਸ਼ਰ ਨੂੰ ਬਲੈਸ ਕੀਤਾ। ਸੁਣਮਿਆ ਲੁਕੋਇਆ ਨਹੀਂ ਉਹਨੇ ਕੁਛ ਵੀ। ਸੁਣਮਿਆ ਕਹਿੰਦੀ ਹਾਂ, ਸਭ ਕੁਝ ਪਰਮੇਸ਼ਵਰ ਦਾ। ਸੁਣ, ਆਪਣੀ ਬੋਡੀ ਸਾਹ ਸਭ ਪਰਮੇਸ਼ਵਰ ਚਲਾ ਰਿਹਾ ਹੈ। ਜਿਸ ਜਗ੍ਹਾ ਬੈਠੇ ਵੀ ਪਰਮੇਸ਼ਰ ਦੀ ਬਖਸ਼ੀ, ਪਰਮੇਸ਼ਰ ਕੁਛ ਵੀ ਕਰ ਸਕਦਾ। ਸੁਣਮਿਆ ਪਰ ਇਹ ਸੋਚ ਕੇ ਰੱਖੋ, ਜੇ ਇੱਕ ਦਿਨ ਪਰਮੇਸ਼ਵਰ ਕੋਲ ਜਾਵਾਂਗੇ, ਪਰਮੇਸ਼ਵਰ ਨਾਲ, ਠੀਕ ਆ, ਖਾਣਾ ਖਾਵਾਂਗੇ ਪਰਮੇਸ਼ਰ ਨਾਲ, ਪਰਮੇਸ਼ਰ ਨਾਲ ਚੱਲਾ ਫਿਰਾਂਗੇ, ਤੁਰਾਂਗੇ। ਸੁਣਮੇ ਹੋ, ਪਰ ਕਦੋਂ ਹੋਵੇਗਾ? ਜਦੋਂ ਪਰਮੇਸ਼ਵਰ ਅੱਗੇ ਨੀਵੇਂ ਹੋਵਾਂਗੇ। ਸੁਣਮੇ ਤੇ ਪਰਮੇਸ਼ਵਰ ਕਹਿੰਦਾ ਆ, ਕਹਿੰਦਾ ਇਸੇ ਤਰ੍ਹਾਂ ਹੇ ਜਵਾਨੋ ਬਜ਼ੁਰਗਾਂ ਦੇ ਅਧੀਨ ਹੋਵੋ, ਸਗੋਂ ਤੁਸੀਂ ਸਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨੋ। ਇਸ ਨਾਲ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਉਹ ਕਿਰਪਾ ਬਖਸ਼ਦਾ। ਸੁਣ, ਇੱਥੇ ਕੀ ਲਿਖਦਾ? ਕਹਿੰਦਾ ਮਨ ਦੀ ਹਲੀਮੀ ਨਾਲ ਲੱਕ ਬਣੋ। ਸੁਣੋ, ਇਹ ਨਹੀਂ ਵੀ ਹਾਂ ਕਹਿੰਦਾ ਵੀ ਠੀਕ ਹੈ ਦਿਖਾਵਾ ਕਰਦਾ ਮੈਂ ਹਲੀਮ ਆ, ਮੈਂ ਆ ਬੋ ਅੱਛਾ, ਠੀਕ ਆ, ਪਰ ਮਨ ਦੀ ਹਲੀਮ ਤਾਂ ਕਦੋਂ ਹੁੰਦੀ ਹੈ? ਅੱਛਾ, ਠੀਕ ਆ, ਤੇ 4 ਬੰਦੇ ਮੂਹਰੇ ਗਾਲਾਂ ਕੱਢ ਕੇ ਜਾਂਦੇ, ਫੀਲਡ ਰਿਕਾਰਡ ਪੇਸ਼ ਹੁੰਦਾ ਵੀ ਤੂੰ ਕੀ ਕਰ ਕੀ ਨਹੀਂ ਕਰ। ਪਰ ਮੈਂ ਨਹੀਂ ਕਹਿੰਦਾ ਮੈਂ ਕੁਛ ਵੀ, ਪਰ ਪਰਮੇਸ਼ਵਰ ਦੀ ਦਇਆ ਨਾਲ, ਪਰਮੇਸ਼ਵਰੀ ਨਾਲ, ਪਰਮੇਸ਼ਰ ਦੇ ਅਭਿਸ਼ੇਕ ਨਾਲ, ਪਰਮੇਸ਼ਰ ਅਨੁਗ੍ਰਹ ਨਾਲ ਮੈਂ ਬਹੁਤ ਖੁਸ਼ ਹਾਂ। ਸੁਣੋ, ਮੈਂ ਆਪਣੀ ਮਰਜ਼ੀ ਨੇ ਕੁਛ ਨਹੀਂ, ਪਰ ਪਰਮੇਸ਼ਵਰ ਦੀ ਦਇਆ ਨਾਲ ਬਹੁਤ ਖੁਸ਼ ਹਾਂ। ਜਿੱਦਾਂ ਪਰਮੇਸ਼ਵਰ ਦਾ ਦਾਸ ਕਹਿੰਦਾ ਸੀ, ਪਰਮੇਸ਼ਵਰ ਜੋ ਮੈਨੂੰ ਬਲ ਦਿੰਦਾ, ਮੈਨੂੰ ਤਾਕਤ ਦਿੰਦਾ ਆ, ਉਹਦੇ ਬਲ ਵਿੱਚ ਮੈਂ ਸਭ ਕੁਛ ਕਰ ਸਕਦਾ। ਸੁਣੋ, ਮੈਂ ਇੱਕ ਘਮੰਡ ਕਰਨਾ ਆ ਪਰਮੇਸ਼ਵਰ ਉੱਪਰ ਕਰੋ ਵੀ ਪਰਮੇਸ਼ਵਰ ਦੇ ਹੱਥਾਂ ਵਿੱਚ ਹੈਗੇ ਆ। ਜੀ ਪਰਮੇਸ਼ਵਰ ਨੂੰ ਜਾਣ ਲਿਆ, ਪਰਮੇਸ਼ਵਰ ਕੀ ਆ ਕੀ ਨਹੀਂ। ਤਦੇ ਪਰਮੇਸ਼ਵਰ ਕਹਿੰਦਾ ਆ ਆਪਣੇ ਆਪ ਨੂੰ ਨੀਵਿਆਂ ਕਰੋ, ਪਰਮੇਸ਼ਵਰ ਮੂਹਰੇ ਆਪਣੇ ਨੂੰ ਝੁਕਾਵੋ, ਪਰਮੇਸ਼ਵਰ ਦੇ ਸਾਹਮਣੇ ਆਪਣੇ ਨੂੰ ਜ਼ੀਰੋ ਕਰੋ, ਤਾਂ ਕਿ ਤੁਹਾਨੂੰ ਵੇਲੇ ਸਿਰ ਪਰਮੇਸ਼ਵਰ ਉੱਚੀਆਂ ਕਰ ਸਕੇ। ਸੁਣੋ, ਤੁਹਾਡੇ ਘਰਾਂ ਨੂੰ ਪਰਮੇਸ਼ਵਰ ਸਵਾਰ ਸਕੇ। ਸੁਣੋ, ਆਪਾਂ ਕਹਿੰਦੇ ਪ੍ਰਾਰਥਨਾ ਚ ਕਹਿੰਦੇ ਹਾਂ ਪਰਮੇਸ਼ਵਰ ਲਿਖਿਆ ਬਾਈਬਲ ਚ ਸਾਡਾ ਦੁੱਖ ਨਹੀਂ ਬੜਾ, ਸਾਡਾ ਬੜਾ ਪਰਮੇਸ਼ਵਰ ਆ। ਪਰ ਜਦੋਂ ਦੁੱਖ ਆਉਂਦਾ ਹੈ ਫੇਰ ਉਹਦਾ ਰਿਕਾਰਡ ਸ਼ੋ ਹੁੰਦਾ ਆ ਤੇ ਕੀ ਪਰਮੇਸ਼ਵਰ ਲੈ ਕੇ ਚੱਲਦੇ। ਸੁਣੋ, ਤੁਸੀਂ ਹਾਏ ਹਾਏ ਕਰਦੇ ਆ ਕਿ ਜਕਾਰੇ ਨਾਲ ਪਰਮੇਸ਼ਵਰ ਦੇ ਘਰ ਚ ਅੱਗੇ ਵੱਧਦੇ। ਸੁਣੋ, ਪਰ ਮੈਨੂੰ ਸ਼ੈਤਾਨ ਨੇ, ਠੀਕ ਹੈ, ਬਹੁਤ ਨਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਕਿਉਂ ਬਚਾਇਆ ਗਿਆ? ਯਹੋਵਾ ਦੇ ਬਲ ਨਾਲ, ਯਹੋਵਾ ਦੇ ਅਭਿਸ਼ੇਕ ਨਾਲ ਬਚਾਇਆ ਗਿਆ। ਮੈਨੂੰ 100% ਵਿਸ਼ਵਾਸ ਹੈ। ਪਰਮੇਸ਼ਵਰ ਕਹਿੰਦਾ ਆ ਧਰਮੀ ਜਾਣ ਦੀ ਪ੍ਰਾਰਥਨਾ, ਪਰਮੇਸ਼ਰ ਕਹਿੰਦਾ ਸਭ ਕੁਛ ਬਦਲ ਸਕਦੀ ਸੀ, ਪਰ ਕਿਤੇ ਵਿਸ਼ਵਾਸ ਹੈ ਉਹ ਯਹੋਵਾ ਪਰਮੇਸ਼ਵਰ ਉੱਪਰ। ਸੁਣਿਆ ਹਰ ਵੇਲੇ ਜਾਗਦੇ ਤੇ ਰਹੋ, ਪ੍ਰਾਰਥਨਾ ਕਰਦੇ ਰਹੋ, ਤਾਂ ਕਿ ਤੁਸੀਂ ਸ਼ੈਤਾਨ ਤੇ ਫਤਿਹ ਪਾ ਸਕੋ। ਸੁਣੋ,
ਆਪਣੀ ਬਲੈਸਿੰਗ ਨਾਲ ਲੱਭੋ ਸੁਣ ਮੈਂ। ਇਹ ਦੇਖੋ ਬਲੈਸਿੰਗ ਦੇਣ ਵਾਲਾ ਕਿਹੜਾ ਸੁਣ ਮੈਂ, ਆਸ਼ੀਸ਼ ਦੇਣ ਵਾਲਾ ਕਿਹੜਾ, ਉਹਨੂੰ ਲੱਭੋ। ਹਮੇਸ਼ਾ ਕਹੋ ਪਰਮੇਸ਼ਵਰ, ਬਾਈਬਲ ਦੱਸਦੀ ਪਰਮੇਸ਼ਵਰ ਤੁਹਾਨੂੰ ਵਾਅਦਾ ਕੀਤਾ ਆ, ਜਾਓ ਮੇਰੇ ਨਾਂ ਚ ਸਭ ਜਾਤੀਆਂ ਜਾ ਕੇ ਚੇਲੇ ਬਣਾਓ, ਜਾ ਕੇ ਠੀਕ ਆ ਤੁਸੀਂ ਰੋਗੀਆਂ ਉੱਪਰ ਹੱਥ ਰੱਖੋ, ਰੋਗੀ ਚੰਗੇ ਹੋਣਗੇ। ਸੁਣੋ ਤੁਸੀਂ ਇਹ ਮੰਗੋ ਪਰਮੇਸ਼ਰ ਸਾਨੂੰ, ਅਸੀਂ ਤੇਰੇ ਅੱਗੇ ਪਰਮੇਸ਼ਰ ਅਧੀਨ ਹੋ ਕੇ ਅੱਜ ਮੰਗਦੇ ਪਰਮੇਸ਼ਰ ਸਾਨੂੰ ਉਹ ਵਰਦਾਨ, ਸਾਨੂੰ ਉਹ ਸਾਡੇ ਉੱਪਰ ਵਚਨ ਪੂਰਾ ਕਰ ਪਰਮੇਸ਼ਰ, ਜਾ ਕੇ ਰੋਗੀਆਂ ਉੱਪਰ ਹੱਥ ਰੱਖੀਏ, ਰੋਗੀ ਚੰਗੀ, ਸਾਨੂੰ ਉਹੋ ਜਿਹਾ ਵਿਸ਼ਵਾਸ ਦੇ ਪਰਮੇਸ਼ਰ। ਅਸੀਂ ਜਾ ਕੇ ਪਰਮੇਸ਼ਰ ਦਾ ਕੰਮ ਕਰੀਏ। ਸੁਣੋ ਤਦੇ ਪਰਮੇਸ਼ਵਰ ਨੇ ਕਿਹਾ ਆ, ਤੁਹਾਡਾ ਸੁਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਜਾਣ ਤੁਹਾਨੂੰ ਕਿਹੜੀ ਬਾਤ ਦੀ ਦੌੜ। ਸੁਣਿਓ ਪਹਿਲਾਂ ਕੀ ਮੰਗਣਾ ਆ? ਪਰਮੇਸ਼ਵਰ ਦਾ ਅਭਿਸ਼ੇਕ। ਸੁਣੋ ਕਿਹਨੂੰ ਮਿਲਦਾ ਆ? ਜਿਹੜਾ ਰੂਹ ਸੱਚਾਈ ਨਾਲ ਅਧੀਨ ਹੋ ਕੇ ਪਰਮੇਸ਼ਵਰ ਦੇ ਅੱਗੇ ਚੱਲਦਾ। ਜਦੋਂ ਸੰਤ ਪੌਲਸ ਜੋ ਟੁੱਟ ਚੁੱਕਾ ਸੀ, ਉਹ ਅਧੀਨ ਹੋ ਗਿਆ ਸੀ, ਰੋ ਰੋ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ, ਪਰਮੇਸ਼ਵਰ ਮੈਂ ਦੇਖ ਲਿਆ ਪਰਮੇਸ਼ਰ ਤੂੰ ਭਿਆਨਕ ਪਰਮੇਸ਼ਰ, ਮੈਂ ਦੇਖ ਲਿਆ ਪਰਮੇਸ਼ਵਰ ਤੂੰ ਵਾਕਈ ਪਰਮੇਸ਼ਰ, ਤੂੰ ਬਹੁਤ ਵੱਡਾ ਮਹਾਨ ਪਰਮੇਸ਼ਰ। ਸੁਣਿਓ ਉਹਦੇ ਉੱਪਰ ਪਰਮੇਸ਼ਵਰ ਨੇ ਦਇਆ ਕੀਤੀ, ਹਨਨਿਆ ਦੁਆਰਾ ਪਰਮੇਸ਼ਵਰ ਚੰਗਾ ਕੀਤਾ ਆ, ਪਰ ਪਰਮੇਸ਼ਵਰ ਨੇ ਵਾਅਦਾ ਕੀਤਾ, ਪ੍ਰਭੂ ਜੀ ਮੇਰਾ ਮਰਨਾ ਵੀ ਤੇਰੇ ਵਿੱਚ, ਜਿਉਣਾ ਵੀ ਤੇਰੇ ਵਿੱਚ। ਪਰ ਪੂਰੀ ਬਾਈਬਲ ਦੱਸਦੀ ਆ ਉਹ ਕਦੇ ਵੀ ਹਿੰਮਤ ਨਹੀਂ ਹਾਰੇ। ਸੁਣਿਓ ਪਰਮੇਸ਼ਰ ਦੇ ਅਭਿਸ਼ੇਕ ਨਾਲ ਅੱਗੇ ਵੱਧਦਾ ਗਿਆ। ਸੁਣਿਓ ਅੱਗੇ ਪੜਾਂਗੇ ਆਪਾਂ ਹਕੂਬ ਦੀ ਪੁਸਤਕ, ਹਕੂਬ ਆ ਉਹ 3 ਚੈਪਟਰ 17, 18, 19 ਐਦ। ਹਾਂਜੀ ਜੀ ਪਾਸਟਰ ਜੀ 1162 ਪੇਜ ਹੈ। ਹਾਂਜੀ ਓਕੇ 1162 ਲਾਸਟ ਐਡ ਪੜਾਂਗੇ ਬਸ। ਹਾਂਜੀ ਧੰਨਵਾਦ ਕਰਾਂਗੇ। 3 ਦੀ ਪਾਸਟਰ ਜੀ ਕਿੰਨੀ ਬੋਲਿਆ? 3 ਦੀ 17, 18, 19 ਐਦ। ਹਾਂਜੀ 17 ਵਿੱਚ ਲਿਖਿਆ ਹੋਇਆ ਆ, ਭਾਵੇਂ ਹਜ਼ੀਰ ਦਾ ਬ੍ਰਿਕਸ਼ ਫਲ ਨਾ ਫਲੇ ਫੁੱਲੇ, ਨਾ ਅੰਗੂਰੀ ਬੇਲ ਉੱਤੇ ਫਲ ਹੋਵੇ, ਭਾਵੇਂ ਜੈਤੂਨ ਦਾ ਬ੍ਰਿਕਸ਼ ਦਾ ਹਾਸਲ ਕਟੇ ਅਤੇ ਖੇਤ ਅੰਨ ਨਾ ਦੇਣ, ਭਾਵੇਂ ਇੱਜੜ ਬਾੜੇ ਵਿੱਚ ਕੱਟੇ ਜਾਣ ਅਤੇ ਬਾਗ ਕੁਰੇ ਵਿੱਚ ਨਾ ਹੋਣ, ਤਾਂ ਵੀ ਯਹੋਵਾ ਵਿੱਚ ਬਾਗ ਹੋਵੇਗਾ। ਮੈਂ ਯਹੋਵਾ ਵਿੱਚ ਬਾਗ ਹੋਵਾਂਗਾ। ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ ਅਤੇ ਮਨਾਵਾਂਗਾ। ਪ੍ਰਭੂ ਯਹੋਵਾ ਮੇਰਾ ਬਲ ਹੈ ਅਤੇ ਉਹ ਮੇਰੇ ਪੈਰ ਹੰਨੀਆਂ ਵਾਂਗ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉਚਾਈਆਂ ਉੱਤੇ ਤੋਰਦਾ ਹੈ। ਆਮੀਨ। ਹਾਲੇਲੂਇਆ। ਦੇਖੋ ਹਕੂਬ ਇੱਥੇ ਕੀ ਕਹਿੰਦਾ, ਕਹਿੰਦਾ ਭਾਵੇਂ ਹਜੀਰ ਦਾ ਬਿਰਛ ਫਲ ਨਾ ਦੇਵੇ। ਇਸ ਨੂੰ ਮੈਂ ਉਹ ਕਹਿੰਦਾ ਭਾਵੇਂ ਕੋਈ ਮੇਰੇ ਘਰ ਦੇ ਵਿੱਚ, ਮੇਰੀ ਬੋਡੀ ਵਿੱਚ ਕੋਈ ਬਰਕਤ ਨਾ ਹੋਵੇ। ਇਸ ਨੂੰ ਮੈਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਪਰਮੇਸ਼ਰ ਨਾਲ ਗੱਲਬਾਤ ਕਰਦਾ ਹਕੂਬ ਵਿੱਚ। ਸੁਣਿਓ ਪਰਮੇਸ਼ਰ ਨੇ ਬੈਠ ਕੇ ਇੱਕ ਗੱਲਬਾਤ ਕਰਦਾ, ਕਹਿੰਦਾ ਠੀਕ ਹੈ ਚਾਹੇ ਕੁਛ ਵੀ ਨਾ ਮੇਰੀ ਲਾਈਫ ਵਿੱਚ ਹੋਵੇ। ਇਸ ਨੂੰ ਮੈਂ ਕਹਿੰਦਾ ਚਾਹੇ ਹਜੀਰ ਦਾ ਵਿੱਚ ਕਹਿੰਦਾ ਵਿੱਚ ਫਲ ਨਾ ਲੈ ਕੇ ਆਵੇ, ਠੀਕ ਹੈ, ਚਾਹੇ ਮੇਰੇ ਬੋਡੀ ਚੰਗੀ ਹੋਵੇ, ਚਾਹੇ ਮੇਰੇ ਘਰ ਚ ਕੋਈ ਬਰਕਤ ਕੁਛ ਵੀ ਨਾ ਹੋਵੇ, ਕਹਿੰਦਾ ਨਾ ਕਹਿੰਦਾ ਅੰਗੂਰੀ ਬੇਲਾਂ ਉੱਤੇ ਫਲ ਹੋਵੇ। ਇਸ ਨੂੰ ਮੈਂ ਕਹਿੰਦਾ ਮੈਨੂੰ ਰਾਹ ਚ ਸਾਹਮਣੇ ਕੁਛ ਵੀ ਨਾ ਦੱਸੇ, ਠੀਕ ਹੈ, ਸਿਰਫ ਠੀਕ ਹੈ ਮੈਨੂੰ ਇਹੀ ਹੋਵੇ ਪੱਧਰਾ, ਠੀਕ ਹੈ, ਇੱਕ ਬੰਜਰ ਸਭ ਕੋ ਪਿਆ। ਇਸ ਨੂੰ ਮੇਰੀ ਲਾਈਫ ਵਿੱਚ ਮੈਨੂੰ ਕੁਛ ਵੀ ਨਜ਼ਰ ਨਾ ਆਵੇ। ਇਸ ਨੂੰ ਹਰ ਬਦਲੇ ਠੀਕ ਹੈ ਮੈਨੂੰ ਇਹ ਹੋਵੇ, ਠੀਕ ਹੈ ਮੇਰੀ ਹਰ ਵੇ ਬੇਇੱਜ਼ਤੀ ਜਾਂ ਕੁਛ ਵੀ ਹੋ ਰਿਹਾ, ਠੀਕ ਹੈ ਮੈਨੂੰ ਨਿੰਦਿਆ ਮਿਲੇ। ਇਸ ਨੂੰ ਕਹਿੰਦਾ ਮੈਨੂੰ ਕੁਛ ਵੀ ਭਾਵਾਂ ਹੋਵੇ। ਇਸ ਨੂੰ ਅੱਗੇ ਕੀ ਲਿਖਦਾ, ਕਹਿੰਦਾ ਭਾਵੇਂ ਜੈਤੂਨ ਦਾ ਬਿਰਛ ਜਾਂ ਹਾਸਲ ਘਟੇ। ਇਸ ਨੂੰ ਅਤੇ ਖੇਤ ਅੰਨ ਨਾ ਦੇਣ। ਇਸ ਨੂੰ ਕਹਿੰਦਾ ਭਾਵੇਂ ਮੇਰੇ ਵਿੱਚ ਸਭ ਕੁਛ ਘਟਦਾ ਜਾਵੇ। ਇਸ ਨੂੰ ਚਾਹੇ ਮੇਰੇ ਤੋਂ ਸਭ ਕੁਛ ਖੋਹ ਹੁੰਦਾ ਜਾਵੇ। ਇਸ ਨੂੰ ਚਾਹੇ ਪਰਮੇਸ਼ਵਰ ਕਹਿੰਦਾ ਹਕੂਬ ਕਹਿੰਦਾ ਆ, ਚਾਹੇ ਪਰਮੇਸ਼ਵਰ ਮੈਨੂੰ ਜਿਸ ਜਗ੍ਹਾ ਮਰਜ਼ੀ ਰੱਖੇ। ਇਸ ਨੂੰ ਚਾਹੇ ਕਹਿੰਦਾ ਅੰਨ ਮੈਨੂੰ ਠੀਕ ਆ ਉਗਾਉਣ ਮੇਰੇ ਘਰ ਵਿੱਚ ਨਾ ਆਵੇ। ਇਸ ਨੂੰ ਚਾਹੇ ਮੈਨੂੰ ਖਾਣ ਨੂੰ ਵੀ ਕੁਛ ਨਾ ਮਿਲੇ। ਇਸ ਨੂੰ ਅੱਗੇ ਕੀ ਲਿਖਦਾ, ਕਹਿੰਦਾ ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ, ਭਾਵੇਂ ਅੱਗ ਕੁਰਾ ਵਿੱਚ ਨਾ ਹੋਣ। ਸੁਣਿਆ ਕਹਿੰਦਾ ਬੱਗ ਕੁਰਾ ਵਿੱਚ ਨਾ ਹੋਣ। ਸੁਣਿਆ ਕਹਿੰਦਾ ਸਭ ਕੁਛ ਕਹਿੰਦਾ ਇੱਕ ਤਬਾਹ ਹੋ ਜਾਊ। ਸਮੇਂ ਜਿੱਦਾਂ ਅਜੂਬ ਨਬੀ ਨੇ ਕੀਤਾ ਸੀ। ਸਮੇਂ ਉਹ ਸਭ ਕੁਛ ਉਜਾੜਿਆ ਗਿਆ, ਸਭ ਕੁਛ ਧੀ ਪੁੱਤਰ ਵੀ ਮਰ ਗਏ। ਉਹਨੇ ਕੀ ਕਿਹਾ? ਉਹਨੇ ਇਹ ਨੀ ਕਿਹਾ ਪਰਮੇਸ਼ਵਰ ਤੂੰ ਆਹ ਕੀਤਾ ਉਹ ਕੀਤਾ, ਕਹਿੰਦਾ ਪਰਮੇਸ਼ਵਰ ਨੇ ਦਿੱਤਾ, ਪਰਮੇਸ਼ਵਰ ਹੀ ਲੈ ਗਿਆ, ਉਹਦਾ ਨਾਮ ਮੁਬਾਰਕ ਹੈ। ਪਰ ਇੱਥੇ ਹਕੂਬ ਕੀ ਕਹਿੰਦਾ ਆ, ਕਹਿੰਦਾ ਤਾਂ ਵੀ ਯਹੋਵਾ ਵਿੱਚ ਮੈਂ ਵਾਗ ਹੋਵਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ। ਉਸਨੂੰ ਕਹਿੰਦਾ ਚਾਹੇ ਕੁਛ ਵੀ ਮਿੰਨਾ ਹੋ ਜਾਵੇ, ਮੈਂ ਪ੍ਰਭੂ ਦੇ ਘਰ ਜਾਣਾ ਕਦੇ ਨਾ ਛੱਡਾਂਗਾ। ਉਸਨੂੰ ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨਾ ਕਦੇ ਨਾ ਛੱਡਾਂਗਾ, ਮੈਂ ਉਪਾਸ ਤੇ ਬੇਨਤੀ ਕਰਨਾ ਕਦੇ ਨਾ ਛੱਡਾਂਗਾ, ਮੈਂ ਪਰਮੇਸ਼ਵਰ ਦੇ ਕੰਮ ਕਰਨੇ ਮੈਂ ਰੂਹ ਸੱਚਾਈ ਨਾਲ ਮੈਂ ਹੋਰ ਵੀ ਵੱਧ ਕੇ ਕਰਾਂਗਾ। ਉਸਨੂੰ ਮੈਂ ਪਰ ਅੱਜ ਵੀ ਸਾਡੇ ਕੋਲ ਪਰਮੇਸ਼ਵਰ ਉਹੀ ਇੱਕ ਰੂਹ ਸੱਚਾਈ ਵਾਲਾ ਆਤਮਾ ਚਾਹੁੰਦਾ ਆ। ਪਰਮੇਸ਼ਵਰ ਕਹਿੰਦਾ ਆ
ਕਹਿੰਦਾ ਪਰਮੇਸ਼ਵਰ ਕਹਿੰਦਾ ਕੀ ਪਰਮੇਸ਼ਵਰ ਸਾਨੂੰ ਪਰਖਦਾ, ਸਾਨੂੰ ਪਰਮੇਸ਼ਵਰ ਦੇਖਦਾ ਵੀ ਆ, ਸਾਡੇ ਪਰਮੇਸ਼ਵਰ ਸੰਕਟ ਵਿਪਤਾ ਸਾਡੇ ਉੱਪਰ ਭੇਜਦਾ ਆ, ਪਰ ਕਿਉਂ ਭੇਜਦਾ ਹੈ? ਸਾਨੂੰ ਉੱਚਿਆ ਕਰਨ ਵਾਸਤੇ ਸੁਣਿਆ। ਉੱਚਾ ਇਨਸਾਨ ਕਦੋਂ ਹੁੰਦਾ ਆ? ਜਦੋਂ ਆਪਾਂ ਕੁਛ ਉੱਪਰਲੀ ਪੋਜੀਸ਼ਨ ਤੇ ਜਾਣਾ ਹੁੰਦਾ, ਕਿਸੇ ਉੱਪਰਲੇ ਠੀਕ ਆ ਲੈਵਲ ਤੇ ਜਾਣਾ ਹੁੰਦਾ, ਜਾਂ ਜੌਬ ਤੋਂ ਕਰੀਏ ਜੌਬ ਤੇ ਹੋ ਠੀਕ ਹੈ, ਜਾਂ ਆਪਣੇ ਮੈਨੇਜਰ ਜੇ ਕੁਛ ਵੀ ਬਣਨਾ ਹੁੰਦਾ ਆ, ਉਸ ਤੋਂ ਪਹਿਲਾਂ ਟੈਸਟ ਹੁੰਦਾ ਆਪਣਾ ਸੁਣਿਆ, ਪਰ ਉਹ ਨਹੀਂ ਜੌਬ ਮਿਲਦੀ ਆ ਜੇ ਟੈਸਟ ਤੋਂ ਪਾਸ ਹੁੰਦਾ ਸੁਣਿਆ। ਇਹ ਨਾ ਸੋਚੋ ਵੀ ਸਾਡੇ ਪਰ ਦੁੱਖ ਜਾਂ ਸੰਕਟ ਆ ਗਏ, ਸਾਡੀ ਜਾਂ ਜੌਬ ਚਲੇਗੀ, ਸਾਡਾ ਬਾਹਰ ਦਾ ਕੰਮ ਨਹੀਂ ਸਾਡਾ ਬਣਦਾ, ਸਾਡਾ ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਕੀ ਤੁਸੀਂ ਪਰਮੇਸ਼ਵਰ ਨਾਲ ਸਭ ਕੁਛ ਨਾ ਵੀ ਹੁੰਦੇ, ਤੁਸੀਂ ਪਰਮੇਸ਼ਵਰ ਨਾਲ ਵਫ਼ਾਦਾਰ ਚੱਲ ਰਹੇ ਸੁਣਿਆ? ਪਰਮੇਸ਼ਵਰ ਤਾਂ ਇੱਕ ਇਹੋ ਜਿਹਾ ਠੀਕ ਹੈ, ਇੱਕ ਸਾਡੇ ਲਈ ਡੈਮ ਬਾਅਦ ਚ ਖੋਲਦਾ, ਇਹੋ ਜਿਹੇ ਸਾਡੇ ਪਰਮੇਸ਼ਵਰ ਨਦੀਆਂ ਦਇਆ ਦੀਆਂ ਬਹਾ ਦਿੰਦਾ ਆ, ਸਾਡੇ ਕੋਲ ਸਾਹ ਵੀ ਨਹੀਂ ਹੁੰਦੀਆਂ ਬਰਕਤਾਂ, ਪਰ ਕਦੋਂ ਹੁੰਦੀਆਂ ਆ? ਜਦੋਂ ਅਸੀਂ ਪਰਮੇਸ਼ਵਰ ਵਿਸ਼ਵਾਸ ਰੱਖੇ ਆਪਣਾ ਰਿਕਾਰਡ ਸ਼ੋ ਕਰਦੇ ਸੁਣਿਆ। ਅੱਗੇ ਕੀ ਲਿਖਦਾ ਆ? ਕਹਿੰਦਾ ਪ੍ਰਭੂ ਯਹੋਵਾ ਮੇਰਾ ਬਲ ਹੈ, ਉਹ ਮੇਰੇ ਪੈਰਾਂ ਨੂੰ ਹਰਨੀਆਂ ਵਗ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਤੋਰਦਾ ਹੈ। ਇਹ ਕਦੋਂ ਹੁੰਦਾ ਆ? ਜਦੋਂ ਸਭ ਕੁਛ ਨਾ ਹੁੰਦੇ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਵਫ਼ਾਦਾਰੀ ਨਾਲ ਚੱਲਦੇ ਸੁਣਿਆ, ਅਸੀਂ ਆਪਣਾ ਸਟੈਂਡ ਨਹੀਂ ਛੱਡਦੇ ਸੁਣਿਆ। ਪਰ ਮੈਂ ਕਹਿਣਾ ਪਰਮੇਸ਼ਵਰ ਨੇ ਬਲ ਦਿੱਤਾ, ਪਰਮੇਸ਼ਵਰ ਨੇ ਤਾਕਤ ਦਿੱਤੀ, ਪਰਮੇਸ਼ਵਰ ਸੁਣਿਆ। ਪਰਮੇਸ਼ਵਰ ਮੈਂ ਕਿਉਂ ਅੱਜ ਤੱਕ ਬਚਿਆ ਰਿਹਾ ਕਿਉਂਕਿ ਪਰਮੇਸ਼ਵਰ ਦੀ ਦਇਆ ਮੇਰੇ ਉੱਪਰ ਵੱਡੀ ਸੁਣਿਆ। ਪਰਮੇਸ਼ਵਰ ਦਾ ਵਾਅਦਾ ਕੀਤਾ, ਪਰਮੇਸ਼ਵਰ ਮੈਂ ਤੇ ਮੇਰਾ ਘਰਾਣਾ ਮਿਲ ਕੇ ਅਸੀਂ ਤੇਰੀ ਸੇਵਾ ਕਰਾਂਗੇ ਸੁਣਿਆ। ਤੇ ਜਿੱਥੇ ਸਾਨੂੰ ਪਰਮੇਸ਼ਵਰ ਲੈ ਕੇ ਜਾਵੇਗਾ ਅਸੀਂ ਜਾਵਾਂਗੇ ਸੁਣਿਆ। ਪਰਮੇਸ਼ਵਰ ਨੇ ਵਾਅਦਾ ਕੀਤਾ, ਪ੍ਰਭੂ ਨੇ ਵੀ ਮੈਨੂੰ ਇੱਕ ਵਾਅਦਾ ਕੀਤਾ, ਪਰਮੇਸ਼ਵਰ ਕਹਿੰਦਾ ਜਿੱਥੇ ਵੀ ਤੂੰ ਕਲੀ ਰੱਖੇਗਾ ਜਗ੍ਹਾ ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਬਖਸ਼ ਦੂੰਗਾ ਸੁਣਿਆ। ਪਰ ਕਦੋਂ ਪਰਮੇਸ਼ਵਰ ਬਖਸ਼ਦਾ ਆ? ਜੋ ਪਰਮੇਸ਼ਵਰ ਅੱਗੇ ਰੂਹ ਸੱਚਾਈ ਨਾਲ ਚੱਲਦੇ ਸਮੇਂ, ਅਧੀਨ ਹੋ ਕੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਸਮੇਂ। ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹੁੰਦਾ ਆ ਕਿ ਆਪਣੇ ਆਪ ਨੂੰ ਧੋਖੇ ਚ ਨਾ ਰੱਖੋ ਸੁਣਿਆ। ਤੁਸੀਂ ਸਿਰਫ ਇਹ ਦੇਖੋ ਕਿ ਅਸੀਂ ਪਰਮੇਸ਼ਵਰ ਸਾਡੇ ਕੋਲ ਹੈਗਾ ਸੁਣਿਆ, ਕਿ ਪਰਮੇਸ਼ਵਰ ਸਾਡੇ ਵਿੱਚ ਨਜ਼ਰ ਆਉਂਦਾ, ਸਾਡੇ ਵਿੱਚ ਸੁਣਿਆ, ਕਿ ਪਰਮੇਸ਼ਵਰ ਦੀਆਂ ਗੱਲਾਂ ਸਾਡੇ ਵਿੱਚ ਹੈਗੀਆਂ ਸੁਣਿਆ। ਇਹ ਨਾ ਦੇਖੋ ਸਾਡੇ ਘਰ ਠੀਕ ਆ, ਚਾਹੇ ਆਹ ਬਰਕਤ ਆ ਗਈ ਜਾਂ ਉਹ ਹੋ ਗਈ, ਸਾਡੇ ਵਿਦੇਸ਼ ਦੇ ਕੰਮ ਬਣ ਗਏ, ਇਹ ਹੋ ਗਿਆ ਉਹ ਹੋ ਗਿਆ, ਪਰ ਇਹ ਜ਼ਰੂਰ ਨੋਟ ਕਰੋ ਕਿ ਅਸੀਂ ਸਵਰਗ ਵਿੱਚ ਸਾਡਾ ਵੀਜ਼ਾ ਸਾਡਾ ਲੱਗ ਰਿਹਾ ਸੁਣਿਆ, ਕਿ ਸਵਰਗੀ ਪਾਸਪੋਰਟ ਸਾਡੇ ਕੋਲ ਹੈਗਾ ਸੁਣਿਆ। ਇਹ ਪਰਮੇਸ਼ਵਰ ਕੋਲ ਜਾਣਾ, ਜਿਸ ਜਾ ਕੇ ਜਿੱਥੇ ਨਾ ਕਦੇ ਰਾਤ ਹੀ ਨਹੀਂ, ਪੂਰਾ ਚਾਨਣੇ ਚੰਨ ਉੱਥੇ ਸੁਣਿਆ। ਜੇ ਸੋਨੇ ਦੀ ਸੜਕਾਂ ਜਿੱਥੇ ਪਰਮੇਸ਼ਵਰ ਨੇ ਬਣਾਈਆਂ ਆ, ਪਰਮੇਸ਼ਵਰ ਨੇ ਬੜੇ ਬੜੇ ਠੀਕ ਹੈ ਉੱਥੇ ਸਭ ਕੁਛ ਸਾਡੇ ਲਈ ਕਮਰੇ ਬਣਾ ਕੇ ਰੱਖੇ, ਪਰਮੇਸ਼ਵਰ ਸਭ ਕੁਛ ਵਧੀਆ ਬਣਾ ਕੇ ਰੱਖੇ ਆ, ਕਿ ਅਸੀਂ ਉਸ ਲਈ ਆਪਣੇ ਆਪ ਨੂੰ ਟਰਾਈ ਕਰ ਰਹੇ ਹਾਂ ਕਿ ਅਸੀਂ ਉਸ ਸਵਰਗ ਵਾਸਤੇ ਵੀਜ਼ਾ ਲਵਾ ਰਹੇ ਹਾਂ, ਕਿ ਸਾਡੇ ਕੋਲ ਉਸ ਸਵਰਗ ਵਾਸਤੇ ਸਾਡੇ ਜਿਹੜੇ ਨਾਂ ਆ ਜੀਵਨ ਦੀ ਪੋਥੀ 'ਚ ਲਿਖੇ ਗਏ ਸੁਣਿਆ। ਇਸ ਗੱਲ ਤੋਂ ਡਰੋ, ਪਰਮੇਸ਼ਵਰ ਕਹਿੰਦਾ ਆ ਜਿਸ ਇਨਸਾਨ ਦਾ ਨਾਂ ਜੀਵਨ ਦੀ ਪੋਥੀ 'ਚ ਨਾ ਲਿਖਿਆ ਲੱਭਿਆ ਗਿਆ ਉਹ ਨਰਕ ਵਿੱਚ ਸੁੱਟਿਆ ਜਾਵੇਗਾ। ਇਸ ਗੱਲ ਤੇ ਬਸ ਵਿਸ਼ਵਾਸ ਕਰੋ। ਪਰਮੇਸ਼ਵਰ ਇਸ ਰੀਤੀ ਨਾਲ ਪਰਮੇਸ਼ਵਰ ਨੂੰ ਮੰਨੋ। ਇਸ ਸੰਸਾਰ ਦਾ ਸਭ ਇਹ ਉਪਦੇਸ਼ਕ ਦੱਸਦਾ ਸਭ ਵਿਅਰਥਾਂ ਦਾ ਵਿਅਰਥ, ਪਰ ਸੱਚ ਕੀ ਆ? ਅਸੀਂ ਮਰ ਕੇ ਪਰਮੇਸ਼ਵਰ ਕੋਲ ਜਾਣਾ ਹੈ। ਇਸ ਸਮੇਂ ਅਸੀਂ ਪਰਮੇਸ਼ਵਰ ਦੇ ਕੰਮ ਕਰਨੇ ਆ। ਤਦੇ ਪਰਮੇਸ਼ਵਰ ਨੇ ਕਿਹਾ ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਇਹ ਨਹੀਂ ਕਿਹਾ ਵੀ ਹਾਂ ਠੀਕ ਹੈ, ਜੇ ਇੱਕ ਬਿਮਾਰ ਹੋ ਕੇ ਜਾਂ ਠੀਕ ਕਿਸੇ ਬਿਮਾਰੀ ਨਾਲ ਇਨਸਾਨ ਚਲ ਗਿਆ ਉਹ ਸਵਰਗ ਵਿੱਚ ਨਹੀਂ ਜਾਵੇਗਾ। ਉਸਨੇ ਜਾਵੇਗਾ। ਉਸਨੇ ਕਿਉਂ ਜਾਵੇਗਾ? ਕਰਕੇ ਉਹ ਭਰੋਸਾ ਯਹੋਵਾ ਉੱਪਰ ਹੋਵੇਗਾ, ਉਹ ਵਫ਼ਾਦਾਰ ਰਹਿ ਕੇ ਪਰਮੇਸ਼ਵਰ ਚੱਲਿਆ ਹੋਵੇਗਾ। ਆਪਣੇ ਆਪ ਧੋਖੇ 'ਚ ਨਾ ਰੱਖੋ, ਉਹਨੂੰ ਲੱਭੋ ਜਿਹੜਾ ਤੁਹਾਨੂੰ ਬਰਕਤ ਦੇਣ ਵਾਲਾ ਸੁਣਦਾ, ਬਰਕਤ ਨਾਲ ਲੱਭੋ ਸੁਣਦਾ। ਤਦੇ ਪਰਮੇਸ਼ਵਰ ਨੇ ਕਿਹਾ, ਜਦੋਂ ਆਪਾਂ ਜਰਮੀ ਜਾਂ ਜਸ਼ਾ ਪੜ੍ਹਦੇ ਹੋ ਚ ਕੀ ਲਿਖਿਆ ਗਿਆ, ਪਰਮੇਸ਼ਵਰ ਕਹਿੰਦਾ ਆ ਮੈਂ ਤੁਹਾਨੂੰ ਇਹੋ ਜਿਹਾ ਠਹਿਰਾਇਆ, ਤੁਸੀਂ ਤੇੜਾਂ ਦੀ ਮੁਰੰਮਤ ਕਰੋ ਜਾ ਕੇ ਸੁਣੋ। ਤੁਸੀਂ ਤੁਹਾਡੀ ਪ੍ਰੇਰ ਕੀ ਹੋਣੀ ਚਾਹੀਦੀ? ਪਰਮੇਸ਼ਵਰ ਦਾ ਆਤਮਾ ਮੇਰੇ ਉੱਪਰ ਆ, ਪ੍ਰਭੂ ਤੇਰਾ ਆਤਮਾ ਮੇਰੇ ਉੱਪਰ ਆ, ਤੂੰ ਮੈਨੂੰ ਠਹਿਰਾਇਆ ਮੈਂ ਜਾ ਕੇ ਤੇਰੇ ਨਾਮ ਵਿੱਚ ਬੰਦੂਕ ਨੂੰ ਛੁਡਾਵਾਂ। ਸੁਣੋ ਤੇਰੇ ਨਾਮ ਵਿੱਚ ਜਾ ਕੇ ਪਰਮੇਸ਼ਵਰ ਕੈਦਖਾਨੇ 'ਚ ਫਸੇ ਨੂੰ ਬਾਹਰ ਕੱਢਾਂ। ਪਰਮੇਸ਼ਵਰ ਜਾ ਕੇ ਤੇਰੇ ਨਾਮ ਵਿੱਚ ਪਰਮੇਸ਼ਵਰ ਮੈਂ ਰੋਗੀਆਂ ਉੱਪਰ ਹੱਥ ਰੱਖਾਂ, ਰੋਗੀ ਚੰਗੇ ਹੋਣ। ਪਰਮੇਸ਼ਵਰ ਨੇ ਤੁਸੀਂ ਆਪਣੇ ਆਪ ਨੂੰ ਜਾਜਕ ਤੇ ਨਬੀ ਸਮਝੋ, ਪਰ ਜੋ ਜਾਜਕ ਨਬੀ ਸਮਝਣ ਲੱਗ ਪਏ, ਬਾਈਬਲ ਦੱਸਦੀ ਪਰਮੇਸ਼ਵਰ ਕਹਿੰਦੇ ਜਿਹੋ ਤੇਰੇ ਮਨ ਦੇ ਖਿਆਲ ਤੇਹਾ ਤੂੰ ਆਪ ਹੈ। ਆਪਣੇ ਮਨ ਦੇ ਖਿਆਲ ਚੇਂਜ ਕਰੋ। ਇਹ ਨਾ ਕਹੋ ਵੀ ਹਾਂ ਪਰਮੇਸ਼ਵਰ ਠੀਕ ਹੈ ਅਸੀਂ ਵਿਸ਼ਵਾਸੀ ਆ, ਇਹ ਕੋ ਪਰਮੇਸ਼ਵਰ ਅਸੀਂ ਤੇਰੇ ਜਾਜਕ ਆ। ਜਿਹੜਾ ਇੱਕ ਚਪੜਾਸੀ ਆ ਉਹਦੀ ਚਪੜਾਸੀ ਵਾਲੀ ਸੋਚ ਹੁੰਦੀ, ਜਿਹੜਾ ਪ੍ਰਿੰਸੀਪਲ ਹੁੰਦਾ ਆ ਉਹਦੀ ਪ੍ਰਿੰਸੀਪਲ ਸੋਚ ਹੁੰਦੀ। ਸੁਣਿਆ
ਪਰ ਤੁਸੀਂ ਸਭ ਤੇ ਕਾਹਤੇ ਨਿਰਭਰ ਆ? ਤੁਹਾਡੀ ਸੋਚ ਤੇ ਸਮੇਂ ਤੁਸੀਂ ਪਰਮੇਸ਼ਰ ਨੂੰ ਕਿੱਦਾਂ ਸਮਝਦੇ ਆ, ਤੁਸੀਂ ਕਿੱਦਾਂ ਪਰਮੇਸ਼ਰ ਨੂੰ ਲੈ ਰਹੇ ਹੋ। ਆਪਣੇ ਆਪ ਨੂੰ ਧੋਖਾ ਨਾ ਦਿਓ ਮੇਰੇ ਭੈਣਾਂ ਭਾਈਓ, ਪਰਮੇਸ਼ਵਰ ਵਿੱਚ ਵਫਾਦਾਰੀ ਨਾਲ ਚੱਲੋ ਉਸ ਨੂੰ, ਤਾਂ ਕਿ ਤੁਹਾਨੂੰ ਪਰਮੇਸ਼ਵਰ ਉੱਚਿਆ ਕਰ ਸਕੇ, ਤਾਂ ਕਿ ਤੁਹਾਡੇ ਦੁਆਰਾ ਪਰਮੇਸ਼ਵਰ ਦੀ ਹੋਰ ਵੀ ਮਹਿਮਾ ਹੋ ਸਕੇ। ਸੁਣੋ, ਪਰਮੇਸ਼ਵਰ ਨਾਲ ਵਾਅਦਾ ਕਰੋ। ਆਹ ਬਚਨ ਤੁਸੀਂ ਜ਼ਰੂਰ ਪੜਿਆ ਕਰੋ। ਸਮੇਂ ਜੋ ਹੁਣ ਟਾਈਮ ਮਿਲੇ ਸਮੇਂ ਹੋ ਇਹ ਜਾਂ ਹਕੂਬ ਦੀ ਪੁਸਤਕ 17 ਦੀ ਇਹ 3 ਦੀ 17 18 19 ਇਹ ਪੜ੍ਹ ਕੇ ਦੇਖੋ। ਪੂਰਾ ਚੈਪਟਰ ਦੇ ਹਕੂਬ ਦਾ ਆਪਾਂ ਪੜ੍ਹ ਕੇ ਤਿੰਨ ਚੈਪਟਰ ਇਹ 3 ਦੂਏ ਆ ਏਦਾਂ ਆ ਤਿੰਨੇ ਠੀਕ ਤੇ ਬਾਪ 3 ਪੜ੍ਹ ਕੇ ਦੇਖੋ। ਸੁਣੋ ਹਕੂਬ ਕਿੱਦਾਂ ਰੋ ਪਰਮੇਸ਼ਰ ਕੇ ਪ੍ਰਾਰਥਨਾ ਕਰੋ। ਸੁਣੋ ਆਪਣਾ ਕਿੱਦਾਂ ਰਿਕਾਰਡ ਪਰਮੇਸ਼ਰ ਕੇ ਸ਼ੋ ਕਰੋ। ਸੁਣੋ ਤੁਹਾਡੀ ਮੁਸੀਬਤ ਕੋ ਬੜੀ ਨਹੀਂ ਹੈਗੀ, ਤੁਹਾਡੇ ਠੀਕ ਹੈ, ਤੁਹਾਡੇ ਦੁੱਖ ਕੋ ਬੜੇ ਨਹੀਂ ਹੈਗੇ, ਤੁਹਾਡੇ ਠੀਕ ਹੈ ਸੰਕਟ ਕੋ ਬੜੇ ਨਹੀਂ ਹੈਗੇ, ਪਰ ਪਰਮੇਸ਼ਰ ਸਾਡਾ ਬੜਾ ਹੈ। ਕਿ ਉਹ ਪਰਮੇਸ਼ਰ ਕਦੋਂ ਕੰਮ ਕਰਦਾ ਆ? ਤੁਸੀਂ ਪਰਮੇਸ਼ਰ ਮੋਰੇ ਅਧੀਨ ਹੁੰਦੇ ਸੋ। ਤੁਹਾਨੂੰ ਇਸ ਬਚਨ ਤੁਹਾਨੂੰ ਪਰਮੇਸ਼ਰ ਬਰਕਤ ਦੇਵੇ। ਮੇਰਾ ਵਿਸ਼ਵਾਸ ਤੁਹਾਨੂੰ ਪਰਮੇਸ਼ਰ ਬਲੈਸ ਕੀਤਾ ਹੋਵੇ ਇਸ ਬਚਨ ਦੁਆਰਾ, ਪਰਮੇਸ਼ਰ ਹੋਰ ਵੀ ਸ਼ਾਂਤੀ ਦੇ ਕੇ ਚਲਾਵੇ। ਪਰ ਮੇਰਾ ਵਿਸ਼ਵਾਸ ਆ ਤੁਸੀਂ ਅੱਜ ਦੇ ਬਚਨ ਦਾ ਬਰਕਤ ਪਾਓਗੇ। ਪਰਮੇਸ਼ਰ ਬਰਕਤ ਦੇਵੇ। ਸਭ ਨੂੰ ਜੈ ਮਸੀਹ ਦੀ। ਹਾਲੇਲੂਇਆ, ਹਾਲੇਲੂਇਆ। ਹਾਂਜੀ ਪਾਸਟਰ। ਹਾਂਜੀ ਹਾਂਜੀ, ਕਿੰਨਾ ਰੀਡ ਕਰਨਾ? ਨਹੀਂ ਬਸ ਰੀਡ ਨਹੀਂ ਕਰਨਾ ਬਸ। ਹਾਂਜੀ ਤੁਸੀਂ ਮੈਂ ਕਿਹਾ ਪੜ੍ਹ ਲਿਓ, ਤੁਸੀਂ ਬਾਅਦ ਚ ਪੜ੍ਹ ਲਿਓ। ਹਾਂਜੀ ਉਹ ਜਿੱਦਾਂ ਹਕੂਕ ਦੀ ਪੁਸਤਕ ਪੂਰਾ ਚੈਪਟਰ ਪੜ੍ਹ ਲਿਓ। ਹਾਂਜੀ ਓਕੇ ਪਾਸਟਰ, ਪ੍ਰਾਰਥਨਾ ਕਰ ਦੇਣਾ ਠੀਕ ਹੈ ਮੈਂ। ਜੀ ਪਾਸਟਰ, ਬਾਕੀ ਤੁਸੀਂ ਫਿਰ ਹਾਂਜੀ ਜੀ। ਥੈਂਕ ਯੂ ਲਾਰਡ ਜੀਸਸ, ਥੈਂਕ ਯੂ ਗਲੋਰੀ ਫਾਦਰ। ਪ੍ਰਭੂ ਜੀ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ, ਤਾਰੀਫ ਕਰਦੇ ਪ੍ਰਭੂ ਜੀ। ਤੁਸੀਂ ਮਹਾਨ ਜਿਉਂਦੇ ਪਰਮੇਸ਼ਵਰ ਹੋ ਖੁਦਾਵੰਦ। ਤੁਹਾਡੀ ਦਇਆ, ਤੁਹਾਡੀ ਕਿਰਪਾ ਵੱਡੀ ਪਰਮੇਸ਼ਰ ਮੇਰੇ ਪਿਤਾ। ਸੱਚਮੁੱਚ ਮੇਰੇ ਪਿਤਾ ਸਭ ਕੁਛ ਕਰਨ ਦੀ ਤਾਕਤ ਰੱਖਦਾ ਖੁਦਾਵੰਦ। ਤੁਹਾਡੇ ਲਈ ਕੋਈ ਵੀ ਕੰਮ ਔਖਾ ਨਹੀਂ ਪਰਮੇਸ਼ਰ ਮੇਰੇ ਪਿਤਾ। ਤੁਸੀਂ ਬਾਈਬਲ ਚ ਲਿਖਿਆ ਪਰਮੇਸ਼ਰ ਮੇਰੇ ਪਿਤਾ ਤੁਸੀਂ ਮੈਨੂੰ ਖੋਜੋਗੇ ਤਾਂ ਤੁਹਾਨੂੰ ਮੈਂ ਲੱਭ ਪਵਾਂਗਾ। ਸੱਚਮੁੱਚ ਪ੍ਰਭੂ ਜੀ ਮੇਰੇ ਪਿਤਾ ਅਸੀਂ ਤੈਨੂੰ ਲੱਭਣ ਵਾਲੇ ਬਣੀਏ ਪਰਮੇਸ਼ਰ ਮੇਰੇ ਪਿਤਾ। ਅਸੀਂ ਤੈਨੂੰ ਪਰਮੇਸ਼ਰ ਮੇਰੇ ਪਿਤਾ ਆਪਣੇ ਵਿੱਚ ਪਰਮੇਸ਼ਰ ਮੇਰੇ ਪਿਤਾ ਬਸਾਉਣ ਵਾਲੇ ਬਣੀਏ ਖੁਦਾਵੰਦ। ਸਾਡੇ ਉੱਪਰ ਮਦਦ ਸਹਾਇਤਾ ਕਰਦੀ ਪਰਮੇਸ਼ਰ, ਸਾਡੇ ਉੱਪਰ ਦਇਆ ਕਰ ਪ੍ਰਭੂ ਜੀ ਮੇਰੇ ਪਿਤਾ, ਤਾਂ ਕਿ ਪਰਮੇਸ਼ਰ ਮੇਰੇ ਪਿਤਾ ਸਾਡੇ ਵਿੱਚ ਪਰਮੇਸ਼ਰ ਤੇਰੇ ਪਰਮੇਸ਼ਰ ਮੇਰੇ ਪਿਤਾ ਗੌਣ ਤੇਰੀ ਪਰਮੇਸ਼ਰ ਭਲਾਈਆਂ ਤੇਰੀ ਪਰਮੇਸ਼ਰ ਆਸ਼ੀਸ਼ ਪਿਤਾ ਸਾਡੇ ਵਿੱਚ ਪ੍ਰਗਟ ਹੋਣਾ ਪ੍ਰਭੂ ਜੀ ਮੇਰੇ ਪਿਤਾ, ਤਾਂ ਕਿ ਪਰਮੇਸ਼ਰ ਮੇਰੇ ਪਿਤਾ ਜਿਨ੍ਹਾਂ ਨੂੰ ਹੋਰ ਮਹਿਮਾ ਬੜੀ ਮਿਲ ਸਕੇ ਖੁਦਾਵੰਦ। ਤੂੰ ਜਿਉਂਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮੇਰੇ ਪਿਤਾ, ਤੁਹਾਡੀ ਦਇਆ ਤੁਹਾਡੀ ਕਿਰਪਾ ਬੜੀ ਪਰਮੇਸ਼ਰ ਮੇਰੇ ਪਿਤਾ। ਤੂੰ ਸਾਨੂੰ ਠਹਿਰਾਇਆ ਪ੍ਰਭੂ ਜੀ ਮੇਰੇ ਪਿਤਾ ਅਸੀਂ ਫਲ ਲੈ ਕੇ ਆ ਸਕੀਏ ਪਰਮੇਸ਼ਰ ਮੇਰੇ ਪਿਤਾ। ਸਾਨੂੰ ਪਰਮੇਸ਼ਰ ਦਾ ਫਲਦਾਰ ਬਣਾ ਪਰਮੇਸ਼ਰ ਮੇਰੇ ਪਿਤਾ, ਸਾਨੂੰ ਇਹੋ ਜਿਹਾ ਬਣਾ ਪ੍ਰਭੂ ਜੀ ਮੇਰੇ ਪਿਤਾ, ਤਾਂ ਕਿ ਪਰਮੇਸ਼ਰ ਮੇਰੇ ਪਿਤਾ ਤੇਰੇ ਰਾਜ ਵਿੱਚ ਪਰਮੇਸ਼ਰ ਐਂਟਰ ਹੋ ਸਕੀਏ ਖੁਦਾਵੰਦ। ਤੇਰੀ ਦਇਆ ਤੇਰੀ ਕਿਰਪਾ ਬੜੀ ਸੱਚਮੁੱਚ ਮੇਰੇ ਪਿਤਾ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਤੇਰਾ ਆਤਮਾ ਮੇਰੇ ਉੱਪਰ ਆ ਪ੍ਰਭੂ ਯਿਸੂ ਮਸੀਹ ਮੇਰੇ ਪਿਤਾ। ਤੂੰ ਠਹਿਰਾਇਆ ਪ੍ਰਭੂ ਯਿਸੂ ਮਸੀਹ ਮੇਰੇ ਪਿਤਾ ਤੇਰੇ ਨਾਮ ਵਿੱਚ ਜਾ ਕੇ ਪਰਮੇਸ਼ਰ ਮੇਰੇ ਪਿਤਾ ਜਿੱਤੇ ਨਾਮ ਵਿੱਚ ਪਰਮੇਸ਼ਰ ਮੇਰੇ ਪਿਤਾ ਜਾ ਕੇ ਪ੍ਰਭੂ ਜੀ ਮੇਰੇ ਪਿਤਾ ਰੋਗੀਆਂ ਨੂੰ ਹੀਲ ਕਰਾ ਤੇ ਨਾਮ ਵਿੱਚ ਖੁਦਾਵੰਦ ਤੇਰਾ ਸ਼ੁਕਰ ਤਾਰੀਫ ਕਰਦੇ ਪ੍ਰਭੂ ਜੀ ਮੇਰੇ ਪਿਤਾ। ਤੂੰ ਸੱਚਮੁੱਚ ਜਿਉਂਦਾ ਪਰਮੇਸ਼ਰ। ਬਾਈਬਲ ਲਿਖਿਆ ਜੋ ਤੁਸੀਂ ਮੇਰੇ ਪਿਤਾ ਅੱਗੇ ਅਧੀਨ ਹੋ ਕੇ ਪ੍ਰਾਰਥਨਾ ਕਰੋਗੇ ਮੇਰਾ ਪਿਤਾ ਤੁਹਾਨੂੰ ਸੁਣ ਕੇ ਉੱਤਰ ਦੇਵੇਗਾ। ਸੱਚਮੁੱਚ ਪ੍ਰਭੂ ਯਿਸੂ ਮਸੀਹ ਮੇਰੇ ਪਿਤਾ ਅਸੀਂ ਵਿਸ਼ਵਾਸ ਕਰਦੇ ਪ੍ਰਭੂ ਜੀ ਜੋ ਪ੍ਰਾਰਥਨਾ ਚ ਮੰਗੇ ਸਭ ਤੋਂ ਪੂਰਾ ਕਰਨ ਜਾ ਰਹੇ ਪਰਮੇਸ਼ਰ ਮੇਰੇ ਪਿਤਾ। ਜੋ ਪਰਮੇਸ਼ਰ ਦਾ ਪ੍ਰਚਾਰ ਅੱਜ ਦਾ ਬਚਨ ਹੋਇਆ ਪ੍ਰਭੂ ਜੀ ਮੇਰੇ ਪਿਤਾ ਸਭ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਵਾਸਤੇ ਹੋਇਆ ਖੁਦਾਵੰਦ ਤੇਰਾ ਧੰਨਵਾਦ ਤੇਰਾ ਸ਼ੁਕਰ ਤਾਰੀਫ ਕਰਦੇ ਪ੍ਰਭੂ ਜੀ। ਜੋ ਪਰਮੇਸ਼ਰ ਮੇਰੇ ਪਿਤਾ ਬਚਨ ਹਮੇਸ਼ਾ ਬਾਅਦ